मैं होर थाओ नाही, जिस पै करो बेनंती। मेरा दुख सुख तुझ ही पासे, तुझ ऊपर मेरा है माना। तू है मेरा ताना राम, सुरत मत चतुराई तेरी। तू जान आए जाना राम, सुरत मत चतुराई तेरी। तू जान आए जाना राम, सतनाम श्री वाहिगुरु साहिब जी। राग आसा महला चौथा। सो पुरख एक ओंकार, सतगुर प्रसाद। सो पुरख निरंजन हर पुरख निरंजन, हर अगमा अगम अपारा। सब ते आवहे तुद जी, हर सच्चे सिरजनहारा। सो पुरख निरंजन हर पुरख निरंजन, हर अगमा अगम अपारा। सब ते आवहे तुद जी, हर सच्चे सिरजनहारा। परम सन्मान जोग चवर छतर तख्त दे मालक सतगुरु, राजान राज भानान भान, देवान देव उपमा महान। दीना बंधु सर्ब प्रतिपालक, जागत जोत सर्ब सांझी वालता दा पैगाम बख्शन हारे। दीन और दुनी दे सच्चे पातशाह धन सतगुरु श्री गुरु ग्रंथ साहिब जी दी पावन पवित्र हजूरी दे अंदर सजे हुए अमृत वेले दे सुंदर दीवाना दे विच हाजरियां भर रही गुरु सवारे गुरु प्यारी खालसा साध संगत जी, अज दे जो पावन शब्द दियां परारंगता वालियां पंक्तियां आप जी ने सरमन कीतियां हन। पावन संपूर्ण शब्द दे विचार नूं सरवण करन तो पहलों सारी ही संगत बड़ी भावना दे नाल सतगुरु श्री गुरु ग्रंथ साहिब जी नूं शीश झुकाओ। दोवें हाथ जोड़ के सत्कार सहित बुलाई गुरु की फतेह प्रवान करो। आखो जी वाहिगुरु जी का खालसा वाहिगुरु जी की फतेह। अज दा जो पावन पवित्र ये शब्द है, धन सतगुरु श्री गुरु रामदास महाराज सच्चे पातशाह जी दी पावन मुबारक रसना तो
ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਦਾ ਜਾਪ ਆਪਾਂ ਸ੍ਰੀ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਕਰਦੇ ਹਾਂ। ਪਾਵਨ ਸ਼ਬਦ ਦੀ ਉਥਾਨਕਾ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੋਢੇ ਸੁਲਤਾਨ ਸਤਿਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਧਰਮ ਦੇ ਬਾਨੀ ਹੋਏ। ਉਹਨਾਂ ਨੇ ਆਪਣੀ ਪਾਵਨ ਮੁਬਾਰਕ ਰਸਨਾ ਤੋਂ ਜੋ ਸੋਦਰ ਹੈ ਉਹ ਉਚਾਰਨ ਕੀਤਾ ਹੈ। ਆਪ ਵੀ ਐਸਾ ਪਾਵਨ ਕੋਈ ਸ਼ਬਦ ਬਖਸ਼ੋ ਜਿਹੜਾ ਸ਼ਬਦ ਬ੍ਰਹਮ ਦਾ ਜਨਾਇਕ ਹੋਵੇ, ਪ੍ਰਮਾਤਮਾ ਨੂੰ ਜਨਾਉਂਦਾ ਹੋਵੇ, ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸਦਾ ਹੋ। ਗੁਰੂ ਕੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨਾ ਕੀਤਾ ਹੈ। ਆਓ ਜੋ ਪਾਵਨ ਸ਼ਬਦ ਦੇ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਪੁਰਖ ਇਹ ਸ਼ਬਦ ਦਾ ਸਰਲੇਖ ਹੈ। ਇਸ ਸਰਲੇਖ ਹੇਠਾਂ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਸੋ ਦਾ ਅਰਥ ਹੁੰਦਾ ਹੈ ਉਹ ਜੋ ਤਤ ਪਦ ਦਾ ਲਖ ਅਰਥ ਬ੍ਰਹਮ ਹੈ। ਪੁਰਖ ਦਾ ਅਰਥ ਹੁੰਦਾ ਹੈ ਉਹ ਸਾਰੀਆਂ ਜਗ੍ਹਾ ਦੇ ਉੱਪਰ ਪੂਰਨ ਹੈ। ਕਿਵੇਂ ਪੂਰਨ ਹੈ? ਪੁਰਖ ਦਾ ਅਰਥ ਹੁੰਦਾ ਹੈ ਜਿਹੜਾ ਪੁਰ ਹੈ ਇਸ ਦਾ ਅਰਥ ਪੂਰਨ, ਤੇ ਜਿਹੜਾ ਖੋ ਇਸ ਦਾ ਅਰਥ ਖੈ। ਖੈ ਤੋਂ ਭਾਵ ਆਕਾਸ਼ ਦੀ ਨਿਆਈ। ਜਿਵੇਂ ਆਕਾਸ਼ ਸਾਰੀ ਧਰਤੀ ਦੇ ਉੱਪਰ ਪੂਰਿਆ ਹੋਇਆ ਹੈ ਨਾ, ਇਵੇਂ ਉਹ ਜਿਹੜਾ ਬ੍ਰਹਮ ਹੈ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਅੱਲਾ ਰਾਮ ਵੱਖੋ ਵੱਖਰੇ ਮਤ ਮਤੰਤਰ ਵੱਖੋ ਵੱਖਰੇ ਜਿਹੜੇ ਧਰਮ ਹਨ ਉਸ ਦੇ ਨਾਮ ਨੂੰ ਉਚਾਰਦੇ ਹਨ, ਉਹ ਸਾਰੀਆਂ ਹੀ ਜਗ੍ਹਾ ਦੇ ਉੱਪਰ ਪੂਰਨ ਹੈ। ਇਹ ਬਾਣੀ ਦੇ ਜੋ ਸਰਲੇਖ ਹੈ ਇਹ ਪਾਵਨ ਸ਼ਬਦ ਦਾ ਉਸਦੇ ਇਹ ਅਰਥ ਬਣਦੇ। ਸਾਰਿਆਂ ਦੇ ਨਾਲੋਂ ਆਪਾਂ ਪਹਿਲੋਂ ਵੀ ਮੰਗਲਾਂ ਬਾਰੇ ਵਿਚਾਰ ਕੀਤੀ ਹੈ। ਜੋ ਪਾਵਨ ਮੰਗਲ ਹੈ ਚੌਹਾਂ ਮੰਗਲਾਂ ਦੇ ਵਿੱਚੋਂ ਇਸ ਨੂੰ ਵਸਤੂ ਨਿਰਦੇਸ਼ਕ ਮੰਗਲ ਕਹਿੰਦੇ ਹਨ ਕਿ ਕਿਸੇ ਵਸਤੂ ਵੱਲ ਨਿਰਦੇਸ਼ ਕਰਨਾ। ਵਸਤੂ ਕੀ ਹੈ? ਇੱਕ ਕੌਣ ਹੈ? ਅਕਾਲ ਪੁਰਖ ਪਰਮਾਤਮਾ। ਓੰਕਾਰ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਸਰਬ ਦਾ ਪ੍ਰਕਾਸ਼ਕ ਹੈ ਭਾਈ ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਧੰਨ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਗੁਰੂ ਸਿੱਖੋ ਸੋ ਜੋ ਤਤ ਪਦ ਦਾ ਲਖ ਅਰਥ ਬ੍ਰਹਮ ਹੈ, ਪੁਰਖ ਦਾ ਅਰਥ ਕਰ ਲਈਏ ਉਹ ਸਾਰੀਆਂ ਜਗ੍ਹਾ ਦੇ ਉੱਪਰ ਪੂਰਨ ਹੈ। ਜਿਹਦੀ ਸਮਰੱਥਾ ਕਿੰਨੀ ਹੈ? ਪੁਰਖ ਪੁਰੀਆਂ ਨੂੰ ਖੈ ਕਰਨ ਦੀ ਸਮਰੱਥਾ ਰੱਖਦਾ ਹੈ। ਆਪਾਂ ਪਾਵਨ ਬਚਨ ਸ੍ਰੀ ਚੌਪਈ ਸਾਹਿਬ ਜੀ ਦੇ ਵਿੱਚ ਪੜ੍ਹਦੇ ਹਨ, ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਇੱਕ ਸ਼ਕਤੀ ਹੁੰਦੀ ਹੈ ਜਿਸ ਨੂੰ ਆਕਰਖਣ ਸ਼ਕਤੀ ਕਿਹਾ ਜਾਂਦਾ ਹੈ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪ੍ਰਮਾਤਮਾ ਜਦੋਂ ਤੂੰ ਕਿਤੇ ਉਸ ਆਕਰਸ਼ਣ ਸ਼ਕਤੀ ਦਾ ਪ੍ਰਯੋਗ ਕਰਦਾ ਹੈ, ਸ਼ਾਇਦ ਸੰਸਾਰ ਦੇ ਵਿੱਚ ਬਣਾਈ ਹੋਈ ਜਿਹੜੀ ਆਕਰਸ਼ਣ ਸ਼ਕਤੀ ਹੈ ਉਸ ਦੀ ਸੀਮਾ ਹੋਵੇ। ਜਿਵੇਂ ਚੁੰਬਕ ਹੈ, ਚੁੰਬਕ ਦੀ ਸੀਮਾ ਹੈ, ਉਹ ਆਪਣੇ ਵਾਲੇ ਪਾਸੇ ਨੂੰ ਲੋਹਾ ਖਿੱਚਦੀ ਤਾਂ ਹੈ, ਪਰ ਜੇ ਛੋਟੀ ਚੁੰਬਕ ਹੋਵੇ, ਭਾਰਾ ਲੋਹਾ ਹੋਵੇ, ਉਸ ਨੂੰ ਚੁੱਕ ਨਹੀਂ ਸਕਦੀ। ਪਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੇਰੀ ਆਕਰਸ਼ਣ ਸ਼ਕਤੀ ਇੰਨੀ ਪ੍ਰਬਲ ਹੈ ਕਿ ਤੁਮ ਮੈਂ ਮਿਲਤ ਦੇਹ ਧਰ ਸਭ, ਜਿੰਨੀਆਂ ਵੀ ਦੇਹਾਂ ਧਾਰੀਆਂ ਹੁੰਦੀਆਂ ਹਨ ਉਹ ਸਾਰੀਆਂ ਦੇਹਾਂ ਤੇਰੇ ਵਿੱਚ ਸਮਾ ਜਾਂਦੀਆਂ, ਲੈ ਹੋ ਜਾਂਦੀਆਂ, ਉਹ ਮਿਲ ਜਾਂਦੀਆਂ। ਜਦੋਂ ਤੂੰ ਇਸ ਸੰਸਾਰ ਦੇ ਵਿੱਚ ਮਾਂ ਪਰਲੋ ਵਰਤਾਉਣਾ ਹੈ, ਯੁੱਗ ਪਲਟਾਉਣਾ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖੋ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਇੰਨੀ ਸਮਰੱਥਾ ਦਾ ਮਾਲਕ ਹੈ। ਫਿਰ ਨਿਰੰਜਨ, ਨਿਰੰਜਨ ਦਾ ਅਰਥ ਹੁੰਦਾ, ਨਿਰ ਦਾ ਅਰਥ ਹੁੰਦਾ ਹੈ ਰਹਿਤ, ਅੰਜਨ ਦਾ ਅਰਥ ਹੁੰਦਾ ਹੈ ਕਾਲਖ। ਬੇਸ਼ੱਕ ਉਸ ਵਾਹਿਗੁਰੂ ਪ੍ਰਮਾਤਮਾ ਨੇ ਜਿਤਨਾ ਵੀ ਇਸ ਸੰਸਾਰ ਦੇ ਵਿੱਚ ਪਸਾਰਿਆ ਹੈ ਉਹ ਮਾਇਆ ਦੇ ਆਸਰੇ ਹੈ, ਪਰ ਗੁਰੂ ਕੀ ਬਾਣੀ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਨੂੰ ਆਪ ਮਾਇਆ ਕਾਲਖ ਤੋਂ ਰਹਿਤ ਦਰਸਾਇਆ। ਜਿਹੜਾ ਨਿਰੰਜਨ ਸ਼ਬਦ ਹੈ, ਇਸ ਦਾ ਅਰਥ ਹੈ ਕਿ ਵਾਹਿਗੁਰੂ ਪ੍ਰਮਾਤਮਾ ਮਾਇਆ ਕਾਲਖ ਤੋਂ ਰਹਿਤ ਹੈ। ਨਿਰੰਜਨ ਅਰਥ ਸ਼ਬਦ ਦਾ ਜੋ ਅਰਥ ਹੈ ਕਿ ਨਿਰਅੰਜਨ, ਉਹਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਕਾਲਖ ਨਹੀਂ ਹੈ। ਨਿਰੰਜਨ, ਰੰਜਨ ਦਾ ਅਰਥ ਹੁੰਦਾ ਹੈ ਰੰਜਿਸ਼। ਜਿਵੇਂ ਮਨੁੱਖ ਦੀ ਮਨੁੱਖ ਨਾਲ ਰੰਜਿਸ਼ ਹੁੰਦੀ ਹੈ, ਇਵੇਂ ਰੱਬ ਦੀ ਕਿਸੇ ਦੇ ਨਾਲ ਇਸ ਸੰਸਾਰ ਦੇ ਵਿੱਚ ਰੰਜਿਸ਼ ਨਹੀਂ, ਤਾਂ ਉਸ ਨੂੰ ਨਿਰੰਜਨ ਕਿਹਾ ਜਾਂਦਾ। ਹਰ ਪੁਰਖ ਨਿਰੰਜਨ, ਹਰ ਦਾ ਅਰਥ ਹੈ ਜਿਹੜਾ ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਉਹ ਵਾਹਿਗੁਰੂ ਪ੍ਰਮਾਤਮਾ ਜਿਹੜਾ ਪੂਰਨ ਹੈ, ਉਹੋ ਹੀ ਭਾਈ ਮਾਇਆ ਕਾਲਖ ਤੋਂ ਰਹਿਤ ਹੈ। ਹਰ ਅਗਮਾ ਅਗਮ ਅਪਾਰਾ, ਹਰੀ ਜੋ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ ਉਹ ਅਗਮ ਹੈ। ਅਗਮ ਕਹਿ ਲਈਏ ਮਨ ਦੀ ਗਮਤਾ ਤੋਂ ਪਰੇ ਹੈ। ਜੇ ਬੰਦਾ ਚਾਹਵੇ ਨਾ ਵੀ ਮੈਂ ਮਨ ਕਰਕੇ ਵਾਹਿਗੁਰੂ ਪ੍ਰਮਾਤਮਾ ਨੂੰ ਪਕੜ ਲਵਾਂਗਾ, ਮਨ ਕਰਕੇ ਮੇਰੀ ਪ੍ਰਮਾਤਮਾ ਦੇ ਉੱਪਰ ਪਕੜ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਨਹੀਂ ਭਾਈ, ਸੰਸਾਰ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦੇ ਉੱਪਰ ਕਿਸੇ ਦੀ ਵੀ ਮਨ ਕਰਕੇ ਪਕੜ ਨਹੀਂ ਹੈ। ਤੇ ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਸਿੱਖਾਂ ਦੇ ਵਿੱਚ ਮਨਾਂ ਦੇ ਵਿੱਚ ਇੱਕ ਸ਼ੰਕਾ ਦੀ ਉਤਪਤੀ ਹੋਈ, ਕਿਉਂਕਿ ਸੁਭਾਵਿਕ ਹੈ ਵੀ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਜਨਾਉਣ ਦੇ ਵਾਸਤੇ ਇਹਨੇ ਜੋ ਇਹ ਕਹਿ ਲਈਏ ਕਿ ਲਕਬ ਕਿਉਂ ਵਰਤੇ। ਜੇ ਵਿਦਵਾਨਾਂ ਦੇ ਮੁਤਾਬਕ ਮੰਨੀਏ ਤੇ ਇਸ ਨੂੰ ਕਿਹਾ ਜਾਂਦਾ ਹੈ ਅਤੀ ਵਿਆਪਤੀ ਦੋਸ਼ ਦੀ ਨਿਵਰਤੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰਸਿੱਖੋ, ਇਹ ਸੰਪੂਰਨ ਪਾਵਨ ਸ਼ਬਦ ਦੇ ਵਿੱਚ ਜੋ ਵਾਹਿਗੁਰੂ ਪ੍ਰਮਾਤਮਾ ਦੇ ਨਾਮਾਂ ਦਾ ਕਥਨ ਹੈ, ਪਹਿਲੀ ਪੰਕਤੀ ਦੇ ਵਿੱਚ ਸਿੱਖ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਪ੍ਰਮਾਤਮਾ ਨੂੰ ਸੋ ਪੁਰਖ ਹੀ ਕਹਿ ਦਿੰਦੇ, ਨਿਰੰਜਨ ਪ੍ਰਮਾਤਮਾ ਨੂੰ ਕਿਉਂ ਕਿਹਾ ਹੈ? ਤਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜੇ ਸ਼ਾਂਖ ਵਾਲੇ ਲੋਕ ਹਨ, ਸ਼ਾਂਖ ਮਤੀਏ, ਉਹ ਜੀਵ ਨੂੰ ਹੀ ਹਰੇਕ ਜਗ੍ਹਾ ਦੇ ਉੱਪਰ ਪੂਰਨ ਮੰਨਦੇ ਹਨ। ਆਪਾਂ ਉਦਣ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪੰਕਤੀਆਂ ਦੀ ਵਿਚਾਰ ਕੀਤੀ ਸੀ। ਉਹ ਕਹਿੰਦੇ ਹਨ, ਤਿਉ ਜੀਵ ਜੀਵ ਤੇ ਹੋਤ ਹੈ, ਅਵਰ ਨ ਕਰਤਾ ਕੋਇ।
ਜਿਵੇਂ ਅੰਨ ਤੋਂ ਅੰਨ ਦੇ ਦਾਣੇ ਦਾ ਪੈਦਾਇਸ਼ ਹੋ ਜਾਂਦੀ ਹੈ, ਇਵੇਂ ਜੀਵ ਤੋਂ ਜੀਵ ਪੈਦਾ ਹੋ ਜਾਂਦਾ, ਹੋਰ ਨਹੀਂ ਇਸ ਦਾ ਕੋਈ ਵੀ ਕਰਤਾ। ਉਹਨਾਂ ਦੀ ਸੋਚ ਐਸੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰਸਿੱਖੋ, ਜੇ ਇਕੱਲਾ ਪੁਰਖ ਕਹਿ ਦਿੰਦੇ ਤੇ ਉਹਨਾਂ ਸਮਝਣਾ ਸੀ ਕਿ ਸ਼ਾਇਦ ਜੀਵ ਵਾਚਕ ਹੈ ਇਸ ਦਾ ਅਰਥ। ਪਰ ਨਿਰੰਜਨ ਅਸੀਂ ਸ਼ਬਦ ਤਾਂ ਲਾਇਆ ਕਿ ਨਹੀਂ, ਜੀਵ ਦੇ ਜੀਵਨ ਦੇ ਵਿੱਚ ਤਾਂ ਮੈਲ ਹੈ, ਪਰ ਉਹ ਸੁੱਧ ਸਵਰੂਪ ਹੈ ਪਰਮਾਤਮਾ। ਕਿਹਾ ਜੀ ਫਿਰ ਨਿਰੰਜਨ ਹੀ ਕਹਿ ਦਿੰਦੇ, ਹਰ ਸ਼ਬਦ ਅੱਗੇ ਕਿਉਂ ਲਾਇਆ ਹੈ? ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖੋ, ਅਤੀ ਵਿਆਪਤੀ ਦੋਸ਼ ਦੀ ਨਿਵਰਤੀ ਦੇ ਹਿਤ ਜਿਹੜਾ ਨਿਰੰਜਨ ਸ਼ਬਦ ਹੈ, ਉਹ ਇਵੇਂ ਕਹਿ ਲਈਏ ਕਿ ਜਿਹੜੇ ਪ੍ਰਮਾਤਮਾ ਦੇ ਪਿਆਰੇ ਉਹ ਵੀ ਸੁੱਧ ਸਵਰੂਪ ਹੋ ਜਾਂਦੇ ਆ। ਹਰ ਸ਼ਬਦ ਇਸ ਦੇ ਅੱਗੇ ਤਾਂ ਲਾਇਆ ਹੈ ਕਿ ਉਹ ਪ੍ਰਮਾਤਮਾ ਦਾ ਵਾਚਕ ਹੈ, ਪ੍ਰਮਾਤਮਾ ਦਾ ਜਨਾਇਕ ਹੈ, ਜੀਵ ਦਾ ਜਨਾਇਕ ਨਹੀਂ। ਕਹਿੰਦੇ ਜੀ ਫਿਰ ਹਾਰੀ ਕਹਿ ਦਿੰਦੇ, ਫਿਰ ਅੱਗੇ ਪੁਰਖ ਸ਼ਬਦ ਲਾਤਾ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖੋ, ਜਿਹੜਾ ਹਰ ਸ਼ਬਦ ਹੈ ਨਾ, ਉਹ ਸੰਸਾਰ ਦੇ ਵਿੱਚ ਸ਼ੇਰ ਦੇ ਵਾਸਤੇ, ਡੱਡੂ ਦੇ ਵਾਸਤੇ, ਪਾਣੀ ਦੇ ਵਾਸਤੇ, ਇਵੇਂ ਕਈਆਂ ਚੀਜ਼ਾਂ ਦੇ ਵਾਸਤੇ ਇਸ ਜੋ ਸ਼ਬਦ ਨੂੰ ਵਰਤਿਆ ਜਾਂਦਾ ਹੈ। ਜਿਵੇਂ ਆਪਾਂ ਇੱਕ ਦੋਹਰੇ ਦੀ ਵਿਚਾਰ ਅੱਗੇ ਵੀ ਕਥਾ ਦੇ ਵਿੱਚ ਸੁਣੀ ਹੈ, ਹਰ ਬੋਲਿਓ ਹਰ ਨੇ ਸੁਣਿਓ, ਹਰ ਉਠ ਆਇਓ ਪਾਸ, ਹਰ ਦੇਖਿਓ ਹਰ ਮੇ ਰਮਿਓ, ਹਰ ਉਠ ਚੱਲਿਓ ਨਿਰਾਸ। ਹੁਣ ਇਸ ਦੇ ਵਿੱਚ ਕਰੀਬਨ 6-7 ਵਾਰੀ ਹਰ ਸ਼ਬਦ ਹੈ, ਪਰ ਜਿੰਨੀ ਵਾਰ ਵੀ ਹਰ ਸ਼ਬਦ ਆਇਆ ਹੈ ਉਸ ਦੇ ਵੱਖੋ ਵੱਖਰੇ ਅਰਥ ਆ। ਵੀ ਹਰ ਬੋਲਿਓ, ਡੱਡੂ ਬੋਲਿਆ, ਹਰ ਨੇ ਸੁਣਿਓ, ਉਹ ਜਦੋਂ ਸੁਣਿਆ ਤੇ ਹਰ ਉਠ ਆਇਓ ਪਾਸ, ਉਹ ਡੱਡੂ ਪਾਣੀ ਦੇ ਪਾਸ ਆ ਗਿਆ। ਇਵੇਂ ਵਾਹਿਗੁਰੂ ਪ੍ਰਮਾਤਮਾ ਨੂੰ ਹਰ ਵੀ ਇਕੱਲਾ ਕਹਿ ਦਈਏ ਤੇ ਉਸ ਦੇ ਵਿੱਚ ਵੀ ਅਤੀ ਵਿਆਪਤੀ ਦੋਸ਼ ਰਹਿ ਜਾਂਦਾ ਹੈ। ਪਰ ਅਤੀ ਵਿਆਪਤੀ ਦੋਸ਼ ਦੇ ਨਿਵਰਤੀ ਦੇ ਵਾਸਤੇ ਇਹ ਅਸੀਂ ਸ਼ਬਦ ਵਰਤਿਆ ਹੈ ਭਾਈ, ਜਿਵੇਂ ਸ਼ੇਰ ਦੇ ਵਾਸਤੇ ਜਾਂ ਪਾਣੀ ਦੇ ਵਾਸਤੇ, ਇਸੇ ਤਰੀਕੇ ਨਾਲ ਡੱਡੂ ਦੇ ਵਾਸਤੇ ਇਹ ਜਿਹੜੇ ਹਰ ਸ਼ਬਦ ਵਰਤਿਆ ਇਹ ਉਹ ਹਲਾ ਹਰ ਨਹੀਂ, ਇਹ ਪੁਰਖ ਹੈ ਜਿਹੜਾ ਪੂਰਨ ਹੈ ਹਰੀ ਸਾਰੀਆਂ ਜਗ੍ਹਾ ਦੇ। ਇਵੇਂ ਅਤੀ ਵਿਆਪਤੀ ਦੀ ਦੋਸ਼ ਦੀ ਨਿਵਰਤੀ ਦੇ ਵਾਸਤੇ ਇਹ ਪੂਰਨ ਪੰਕਤੀ ਦੇ ਵਿੱਚ, ਕਿਉਂਕਿ ਸਾਡੇ ਮਨਾਂ ਦੇ ਵਿੱਚ ਕਈ ਵਾਰ ਸ਼ੰਕਾ ਪੈਦਾ ਹੋ ਜਾਂਦੀ, ਬਹੁਤਾਤ ਲੋਕ ਸ਼ੰਕਾਵਾਦੀ ਹਨ ਵੀ ਇੰਨੀ ਰੱਬ ਦੀ ਉਪਮਾ ਕਰਨ ਦੀ ਕੀ ਲੋੜ ਸੀ ਇੱਕ ਪੰਕਤੀ ਦੇ ਵਿੱਚ। ਜਦੋਂ ਆਪਾਂ ਅੱਗੇ ਗ੍ਰੰਥਾਂ ਨੂੰ ਪੜ੍ਹਾਂਗੇ ਉਸ ਦੀ ਵਿਚਾਰ ਆਪਾਂ ਨੂੰ ਪਤਾ ਲੱਗੇਗੀ, ਫਿਰ ਪਤਾ ਲੱਗੇਗਾ ਕਿ ਸਤਿਗੁਰੂ ਸਾਹਿਬ ਜੀ ਨੇ, ਜਿਵੇਂ ਕਈ ਲੋਕ ਇਹ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੇ ਵਿੱਚ 2 ਵਾਰ ਇਹ ਪੰਕਤੀਆਂ ਕਿਉਂ ਉਚਾਰੀਆਂ ਵੀ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜਾਂ 4 ਵਾਰ ਜਿਹੜੀਆਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਪਰ ਜਿਹੜੇ ਗਿਆਨਵਾਨ ਹਨ, ਜਿਨ੍ਹਾਂ ਨੂੰ ਗ੍ਰੰਥਾਂ ਦਾ ਗਿਆਨ ਹੈ, ਉਹ ਇਹ ਗੱਲ ਕਹਿੰਦੇ ਹਨ ਕਿ ਧੰਨ ਹਨ ਸਤਿਗੁਰੂ ਜਿਹੜੇ ਇੰਨੇ ਵਿਦਵਾਨ ਹਨ, ਜਿਨ੍ਹਾਂ ਦੇ ਵਰਗਾ ਵਿਦਿਆ ਮਾਰਤਾਂਡੀ ਸੰਸਾਰ ਦੇ ਉੱਪਰ ਕੋਈ ਨਹੀਂ, ਜਿਹੜੇ ਇੰਨੇ ਠਰਮੇ ਦੇ ਨਾਲ, ਜਿਵੇਂ ਸਰਵਣ ਦੀ ਵਿਆਖਿਆ 4 ਪੰਕਤੀਆਂ ਦੇ ਵਿੱਚ ਕੀਤੀ ਹੈ, ਕਿਉਂਕਿ ਅਸੀਂ ਹੋਰ ਗ੍ਰੰਥਾਂ ਦੇ ਵਿੱਚੋਂ ਪੜ੍ਹਨਾ ਪਵੇ ਤੇ ਸਰਵਣ ਕੱਲਾ ਸੁਣਨ ਨੂੰ ਹੀ ਨਹੀਂ ਕਹਿੰਦੇ। ਇਸ 4 ਪੰਕਤੀਆਂ ਦੇ ਵਿੱਚ ਬੜੇ ਵਿਸਤਾਰ ਪੂਰਵਕ
ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸਰਵਣ ਪਦ ਦੇ ਸ਼ਬਦ ਦੀ ਵਿਆਖਿਆ ਕੀਤੀ। ਜਿਵੇਂ ਆਪਾਂ ਮੰਨੇ ਵਾਲੀਆਂ 4 ਪੰਕਤੀਆਂ ਸਰਵਣ ਕਰਦੇ ਹਾਂ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ, ਇਵੇਂ ਸ਼ਾਸਤਰਾਂ ਦੇ ਵਿੱਚ ਸਰਵਣ ਤੋਂ ਬਾਅਦ ਮੰਨਣ ਸ਼ਬਦ ਆਉਂਦਾ ਹੈ, ਪੌੜੀ ਦਰ ਪੌੜੀ। ਤੇ ਮੰਨਣ ਦਾ ਅਰਥ ਇਹ ਨਹੀਂ ਵੀ ਬਸ ਮੰਨ ਲਈ, ਇੱਕ ਵਾਰ ਤੇ ਮੰਨ ਲੈਂਦਾ ਫੇਰ ਭੁੱਲ ਜਾਂਦੇ ਕਈ ਆ। ਹੁਣ ਕਈ ਵਾਰ ਸਾਡੀ ਹੁੰਦੀ ਹੈ ਨਾ ਵਿਚਾਰ, ਅਸੀਂ ਕਥਾ ਸੁਣਦੇ ਹਾਂ, ਜੀ ਕਰਦਾ ਹੈ ਬਾਣੀ ਪੜ੍ਹੀਏ, ਜੀ ਕਰਦਾ ਹੈ ਸਿਮਰਨ ਕਰੀਏ, ਫਿਰ ਜਾ ਕਰਕੇ ਉਹੋ ਜਿਹੇ ਹੋ ਜਾਂਦੇ ਆ। ਮੰਨਣ ਦਾ ਭਾਵ ਕੇਵਲ ਇੰਨਾ ਕੁ ਨਹੀਂ ਹੈ, ਸਾਰਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਵਿਸਥਾਰ ਕੀਤਾ। ਇਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚੌਥੇ ਸਵਰੂਪ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਸਤਿਗੁਰੂ ਕਹਿ ਲੱਗੇ, ਗੁਰਸਿੱਖੋ ਅਤੀ ਵਿਆਪਤੀ ਦੋਸ਼ ਦੀ ਨਿਰਵਿਰਤੀ ਹੈ। ਤੇ ਇਹ ਪਾਵਨ ਪੰਕਤੀਆਂ ਉਚਾਰੀਆਂ, ਉਹ ਵਾਹਿਗੁਰੂ ਪਰਮਾਤਮਾ ਪੂਰਨ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਸਭ ਤੇ ਆਵਹਿ ਤੁਧ ਜੀ, ਹਰ ਸੱਚੇ ਸਿਰਜਨਹਾਰਾ। ਇਹ ਜਿਹੜਾ ਹੁਣ 2 ਵਾਰ ਸ਼ਬਦ ਵਰਤਿਆ ਹੈ ਨਾ, ਧਿਆਵੈ ਧਿਆਵੈ ਸਭ ਧਿਆਵੈ, ਇਹਨੂੰ ਕਹਿੰਦੇ ਵਿਪਾਸਤ ਅਲੰਕਾਰ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਨੂੰ ਮੁਖਾਤਬ ਹੋਰ ਕੇ ਕਹਿੰਦੇ, ਹਰ ਤੁਧ ਹੈ ਪਰਮਾਤਮਾ ਜੀ, ਸਾਰੇ ਹੀ ਤੁਹਾਨੂੰ ਧਿਆਉਂਦੇ ਹਨ, ਸਾਰੇ ਹੀ ਤੁਹਾਨੂੰ ਧਿਆਉਂਦੇ ਹਨ। ਕਿਹੜੇ ਸਾਰੇ ਧਿਆਉਂਦੇ ਹਨ? ਜਿਹੜੇ ਪਿੱਛੇ ਤੁਸੀਂ ਸੰਸਾਰ ਦੇ ਵਿੱਚ ਪੈਦਾ ਕੀਤੇ ਆਪਣੇ ਭਗਤ, ਉਹ ਵੀ ਤੁਹਾਨੂੰ ਧਿਆਉਂਦੇ ਹਨ। ਜਿਹੜੇ ਹੁਣ ਪੈਦਾ ਕੀਤੇ ਹਨ ਉਹ ਵੀ ਤੁਹਾਨੂੰ ਧਿਆਉਣਗੇ। ਤੇ ਵਿਪਾਸਤ ਅਲੰਕਾਰ ਹੁੰਦਾ ਜਿਹੜੇ ਅੱਗੇ, ਕਿਉਂਕਿ 2 ਵਾਰ ਵਰਤਤਾ ਨਾ ਸ਼ਬਦ, ਤੀਸਰੀ ਵਾਰ ਆਪਣੇ ਕੋਲੋਂ ਵਰਤਣਾ। ਸਮਝ ਜਿਹੜਾ ਸਿਆਣਾ ਬੰਦਾ ਹੁੰਦਾ ਹੈ ਉਹਨੂੰ ਅੱਧੀ ਗੱਲ ਦਸੀਏ ਤੇ ਅੱਧੀ ਸਮਝ ਜਾਂਦਾ ਹੈ, ਤੇ ਮੂਰਖ ਦੇ ਭਾਵੇਂ ਸੋਟੇ ਮਾਰ ਕੇ ਵੀ ਸਮਝਾਈਏ ਉਸ ਨੂੰ ਸਮਝ ਨਹੀਂ ਆਉਂਦੀ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਇੱਥੇ ਵਿਪਾਸਤ ਅਲੰਕਾਰ ਵਰਤਿਆ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਿਛਲੇ ਸਮਿਆਂ ਦੇ ਵਿੱਚ ਵੀ ਆਪ ਜੀ ਨੂੰ ਤੁਹਾਡੇ ਭਗਤ ਧਿਆਉਂਦੇ ਸਨ, ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪ ਜੀ ਨੂੰ ਤੁਹਾਡੇ ਜਿਹੜੇ ਭਗਤ ਹਨ ਧਿਆਉਣਗੇ, ਕਿਉਂਕਿ ਆਪ ਜੀ ਸੱਚੇ ਹੋ, ਸਿਰਜਣਹਾਰਾ, ਸਾਰਿਆਂ ਨੂੰ ਸਿਰਜਣਹਾਰੇ ਹੋ, ਸ੍ਰਿਸ਼ਟੀ ਦੇ ਸਿਰਜਣਹਾਰੇ ਆਪ ਹੋ, ਜੀਵਾਂ ਦੇ ਸਿਰਜਣਹਾਰੇ ਆਪ ਹੋ, ਜੀਵਾਂ ਦੇ ਵਾਸਤੇ ਰੋਜੀ ਰੋਟੀ ਸਿਰਜਣ ਵਾਲੇ ਆਪ ਹੋ, ਇਹ ਸਾਰੇ ਕੁਛ ਆਪ ਸਿਰਜਣਹਾਰੇ ਬਣਾਉਣ ਵਾਲੇ ਹੋ। ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ। ਇਹ ਬ੍ਰਹਮ ਦ੍ਰਿਸ਼ਟ ਹੈ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਤਨੇ ਵੀ ਸੰਸਾਰ ਦੇ ਵਿੱਚ ਜੀਵ ਪੈਦਾ ਕੀਤੇ ਉਹ ਤੁਹਾਡੇ ਹਨ। ਤੇ ਪੁੱਛ ਲਿਆ ਜੀ ਤੁਹਾਡੇ ਕਿਉਂ? ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਗੁਰਸਿੱਖੋ ਸਭ ਜੀਆ ਕਾ ਦਾਤਾਰਾ। ਦਾਤਾਰਾ ਦਾ ਅਰਥ ਹੁੰਦਾ ਹੈ ਦਾਤਾ, ਮਾਲਕ, ਜਿਹਦੇ ਹੱਥ ਦੇ ਵਿੱਚ ਰੋਜੀ ਰੋਟੀ ਰੂਪੀ ਤਾਰ ਹੈ। ਇਵੇਂ ਕਹਿ ਲਈਏ ਵੀ ਜਿਹੜਾ ਸਾਰਿਆਂ ਨੂੰ ਰੋਜੀ ਰੋਟੀ ਦੇ ਰਿਹਾ ਹੈ। ਗੁਰਬਾਣੀ ਦੇ ਵਿੱਚ ਆਪਾਂ ਇੱਕ ਪੰਕਤੀ ਪੜ੍ਹਦੇ ਹਾਂ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚੇ। ਜੀਵ ਦੀ ਨੱਕ ਰੂਪੀ ਜਿਹੜੀ ਨੱਥ ਹੈ ਨਾ, ਉਸ ਪਰਮਾਤਮਾ ਦੇ ਹੱਥ ਦੇ ਵਿੱਚ। ਜਿਵੇਂ ਜਿੱਡਾ ਮਰਜੀ ਪੁੱਤਰਿਆ ਆਸਾਨ ਹੋਵੇ, ਜਦੋਂ ਉਸ ਨੂੰ ਨੱਥ ਤੋਂ ਫੜ ਲਈਏ ਫਿਰ ਜਿੰਨੇ ਨੱਥ ਤੋਂ ਫੜਿਆ ਹੁੰਦਾ ਉਸ ਦੇ ਮੁਤਾਬਕ ਚੱਲਦਾ ਹੈ। ਇਵੇਂ ਜਿੰਨਾ ਇਸ ਸੰਸਾਰ ਦੇ ਵਿੱਚ ਜੀਵ ਮਰਜੀ ਹੰਕਾਰ ਪੁਣੇ ਦੇ ਵਿੱਚ ਪੁੱਤਰਿਆ ਫਿਰੇ, ਇਵੇਂ ਸਮਝੇ ਵੀ ਰੱਬ ਵਰਗੇ, ਮੇਰੇ ਵਰਗਾ ਰੱਬ ਨੇ ਬਣਾਇਆ ਹੀ ਕਿਸੇ ਨੂੰ ਨਹੀਂ ਹੈ। ਪਰ ਵਾਹਿਗੁਰੂ ਪਰਮਾਤਮਾ ਨੇ ਜੀਵ ਦੀ ਜਿਹੜੀ ਰੋਜੀ ਰੋਟੀ ਰੂਪੀ ਤਾਰ ਹੈ ਨਾ, ਉਹ ਹੱਥ ਦੇ ਵਿੱਚ ਰੱਖੀ ਹੋਈ ਹੈ। ਜਿੱਥੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਬਚਨ ਹੈ, ਜਿਉਂ ਜਿਉਂ ਕਿਰਤ ਚਲਾਏ ਤਿਉ ਚੱਲੀਏ, ਤਉ ਗੁਣ ਨਾਹੀ ਅੰਤ ਹਰੇ। ਜਿਵੇਂ ਜਿਵੇਂ ਵਾਹਿਗੁਰੂ ਪਰਮਾਤਮਾ ਜੀਵ ਨੂੰ ਚਾਹੁੰਦਾ ਹੈ,
ਤਿਵੇਂ ਤਿਵੇਂ ਵਾਹਿਗੁਰੂ ਪ੍ਰਮਾਤਮਾ ਇਸ ਜੀਵ ਨੂੰ ਚਲਾ ਰਿਹਾ। ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਹੈ ਅਕਾਲ ਪੁਰਖ ਪ੍ਰਮਾਤਮਾ, ਸਾਰੇ ਜੀਵ ਤੇਰੇ, ਤੂੰ ਸਾਰਿਆਂ ਦਾ ਹੀ ਦਾਤਾ ਹੈ। ਹਰ ਧਿਆਵ ਹੋ ਸੰਤ ਹੋ ਜੀ, ਸਭ ਦੁਖ ਵਿਸਾਰਨ ਹਾਰਾ। ਫਿਰ ਬੇਨਤੀ ਕਰਦੇ ਹਨ ਕਿ ਗੁਰਸਿੱਖੋ, ਉਸ ਵਾਹਿਗੁਰੂ ਪ੍ਰਮਾਤਮਾ ਨੂੰ ਧਿਆਵੋ। ਤੇ ਮਨ ਦੇ ਵਿੱਚ ਪ੍ਰਸ਼ਨ ਹੋਇਆ ਕਿ ਕਸਮਨ ਪ੍ਰਯੋਜਨੰ ਬਿਨਾ ਪ੍ਰਯੋਜਨੰ ਨਾ ਪ੍ਰਵਿਰਤਤੇ। ਕਾਹਦੇ ਵਾਸਤੇ ਰੱਬ ਨੂੰ ਧਿਆਈਏ? ਕਿਉਂਕਿ ਬਿਨਾ ਕਾਰਨ ਤੋਂ ਤੇ ਕੋਈ ਵੀ ਕੰਮ ਬੰਦਾ ਸੰਸਾਰ ਦੇ ਵਿੱਚ ਨਹੀਂ ਕਰਦਾ। ਕੀ ਮਿਲੇਗਾ ਰੱਬ ਨੂੰ ਧਿਆ ਕੇ? ਕੀ ਫਾਇਦਾ ਹੈ ਵਾਹਿਗੁਰੂ ਵਾਹਿਗੁਰੂ ਕਰਨ ਦਾ? ਅੱਜ ਵੀ ਇਹ ਸਵਾਲ ਉੱਠਦੇ ਨਾ ਕਿ ਕੀ ਫਾਇਦਾ ਹੈ ਨਿਤਨੇਮ ਕਰਨ ਦਾ? ਕਈ ਦਿਨ ਤੋਂ ਤੱਕ ਕਹਿੰਦੇ ਫਾਇਦਾ ਹੀ ਕੋਈ ਨਹੀਂ। ਕੀ ਫਾਇਦਾ ਹੈ ਹਰ ਰੋਜ਼ ਨਿਤਨੇਮ ਕਰੀ ਜਾਂਦੇ ਹੋ, ਬਾਣੀ ਪੜ੍ਹੀ ਜਾਂਦੇ ਹੋ, ਵਾਹਿਗੁਰੂ ਵਾਹਿਗੁਰੂ ਕਰਦੇ ਹੋ। ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਉਹਨਾਂ ਮੂਰਖਾਂ ਨੂੰ ਜਵਾਬ ਦਿੰਦੇ ਕਿ ਇਹ ਗੁਰਮੁਖੋ ਗੁਰਸਿੱਖੋ, ਉਸ ਵਾਹਿਗੁਰੂ ਪ੍ਰਮਾਤਮਾ ਨੂੰ ਧਿਆਵੋ। ਧਿਆਤਾ ਧਿਆਨ ਤੇ ਦੀ ਤ੍ਰਿਕੁਟੀ ਦੁਆਰਾ। ਤੇ ਵਸਤੂ ਹੈ ਪ੍ਰਮਾਤਮਾ, ਉਸ ਦੇ ਵਿੱਚ ਧਿਆਨ ਜੋੜ ਕੇ ਧਿਆਤਾ ਬਣ ਕੇ ਉਸ ਪ੍ਰਮਾਤਮਾ ਨੂੰ ਧਿਆਓ ਕਿ ਮਨ ਵਿੱਚ ਹੋਰ ਕੋਈ ਉਮੰਗ ਉਤਸ਼ਾਹ ਹੀ ਨਾ ਹੋਵੇ। ਜਿਹੜੇ ਭਾਵਨਾ ਰੱਖ ਕੇ ਰੱਬ ਨੂੰ ਧਿਆਉਂਦੇ, ਯਾਦ ਕਰਦੇ, ਚੇਤੇ ਕਰਦੇ ਨਾ, ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਸਭ ਦੁੱਖ ਵਿਸਾਰਨ ਹਾਰਾ। ਸਭ ਦਾ ਅਰਥ ਹੈ ਸਾਰੇ ਜਿਹੜੇ ਦੁੱਖ, ਚਾਹੇ ਸਰੀਰ ਦੇ ਉੱਪਰ ਆਉਂਦੇ ਹਨ, ਚਾਹੇ ਮਰਨ ਦੇ ਤੋਂ ਬਾਅਦ ਸਰੀਰ ਨੂੰ ਪ੍ਰਾਪਤ ਹੁੰਦੇ ਹਨ, ਸੂਖਮ ਨੂੰ, ਉਹ ਸਾਰੇ ਜਿਹੜੇ ਦੁੱਖ ਹਨ ਉਹਨਾਂ ਨੂੰ ਵਿਸਾਰਨ ਹਾਰਾ ਦਾ ਅਰਥ ਹੈ ਵਿਸਰਜਨ ਕਰ ਦਿੰਦਾ ਹੈ ਜੀਵਨ ਦੇ। ਉਹਨਾਂ ਸਾਰੇ ਹੀ ਦੁੱਖਾਂ ਨੂੰ ਨਾਸ਼ ਕਰ ਦਿੰਦਾ ਹੈ ਵਾਹਿਗੁਰੂ ਪ੍ਰਮਾਤਮਾ। ਆਪਾਂ ਗੁਰੂ ਕੀ ਬਾਣੀ ਦੇ ਵਿੱਚ ਪੜ੍ਹਦੇ ਆ ਨਾ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ। ਕਿਉਂ ਸੇਵਿਆ? ਅਰੇ ਕਹਿੰਦੇ ਦੁੱਖਾਂ ਨੂੰ ਵਿਸਾਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਮਨੁੱਖਾ ਜੀਵਨ ਦੇ ਵਿੱਚੋਂ ਜਿਹੜੇ ਉਸ ਦਾ ਨਾਮ ਜਪਦੇ, ਉਹਦੇ ਜੀਵਨ ਚੋਂ ਦੁੱਖ ਵਿਸਰਜਨ ਹੋ ਜਾਂਦੇ, ਖਤਮ ਹੋ ਜਾਂਦੇ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਧਿਆਓ ਭਾਈ, ਜੀਵਨ ਵਿੱਚੋਂ ਦੁੱਖ ਨਾਸ਼ ਹੋਣਗੇ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਇਹ ਵਿਚਾਰਾ ਜੰਤੂ ਤੇ ਕੀ ਹੈ? ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਆਪ ਹੀ ਸਾਰਿਆਂ ਦਾ ਮਾਲਕ ਹੈ, ਆਪ ਹੀ ਸਾਰਿਆਂ ਦਾ ਸੇਵਕ ਹੈ। ਜੈਸੇ ਆਪਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਵੀ ਬਚਨ ਪੜ੍ਹਦੇ, ਉਸ ਦੇ ਵਿੱਚ ਵੀ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ, ਕਦੋਂ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਦੋਂ ਅਚਿੰਤ ਹੋਏ ਕੈ ਸੋਵਤ ਅਚੇਤ ਹੋ, ਕਦੋਂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਕਹੂੰ ਮਹਾਦਾਨ ਹੋਇ ਕੈ ਮੰਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਨ ਛਿਤ ਲੇਤ ਹੋ, ਕਹੂੰ ਵੇਦ ਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸੁਰਗੁਣ ਸਮੇਤ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ, ਪ੍ਰਮਾਤਮਾ ਤੇਰੇ ਰੂਪਾਂ ਦਾ ਇਹ ਸੰਸਾਰ ਦੇ ਵਿੱਚ ਕਿਸੇ ਨੇ ਅੰਤ ਨਹੀਂ ਪਾਇਆ। ਕਿਤੇ ਤੇ ਤਿੰਨਾਂ ਗੁਣਾਂ ਦੇ ਸਹਿਤ ਹੋ ਕਰਕੇ ਸਾਰੇ ਸੰਸਾਰ ਦੇ ਵਿੱਚ ਸਰਗੁਣ ਸਵਰੂਪ ਧਾਰਨ ਕਰ ਲੈਂਦੇ। ਸੰਸਾਰ ਦੇ ਲੋਕਾਂ ਦਾ ਗੁਰੂ ਨਾਨਕ ਦੇਵ ਰੂਪ ਹੋ ਕਰਕੇ ਭਲਾ ਕਰਦੇ ਹੋ, ਤੇ ਕਿਤੇ ਨਿਰਗੁਣ ਬਣ ਕਰਕੇ ਇਹਨਾਂ ਸਾਰੇ ਤ੍ਰਿਗੁਣੀ ਜਿਹੜਾ ਸੰਸਾਰ ਹੈ ਇਹ ਤੋਂ ਲਾਂਭੇ ਹੋ ਕਰਕੇ ਬੈਠੇ ਹੋਏ ਹੋ। ਕਿਸੇ ਨੂੰ ਜੰਮਣ ਦੀ ਚਿੰਤਾ ਨਹੀਂ, ਮਰਨ ਦੀ ਚਿੰਤਾ ਨਹੀਂ, ਇਹ ਸਾਰਾ ਕੁਛ ਹੀ ਨਾਸ਼। ਧੰਨ ਗੁਰੂ ਸ੍ਰੀ ਗੁਰੂ
ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਉਹ ਵਾਹਿਗੁਰੂ ਪ੍ਰਮਾਤਮਾ ਆਪ ਹੀ ਠਾਕੁਰ ਮਾਲਕ ਹੈ, ਆਪ ਹੀ ਸੇਵਕ ਹੈ, ਇਹ ਜੀਵ ਕੀ ਹੈ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਨਾ। ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਤੂੰ ਘਟਾ ਘਟਾਂ ਦੇ ਵਿੱਚ ਰਮਿਆ ਹੋਇਆ, ਹਰੇਕ ਜਗ੍ਹਾ ਦੇ ਉੱਪਰ, ਹਰੇਕ ਹਿਰਦੇ ਦੇ ਵਿੱਚ। ਤੇ ਤੀਸਰਾ ਅਰਥ ਘਟ ਦਾ ਅਰਥ ਹੈ ਜਿਹੜੀਆਂ ਚਾਰ ਖਾਣੀਆਂ, ਉਹਨਾਂ ਦੇ ਵਿੱਚ ਵੀ ਵਾਹਿਗੁਰੂ ਪ੍ਰਮਾਤਮਾ ਤੂੰ ਰਮਿਆ ਹੋਇਆ। ਸਰਬ ਨਿਰੰਤਰ, ਨਿਰੰਤਰ ਦਾ ਹੁੰਦਾ ਹੈ ਇੱਕ ਰਸ, ਸਰਬ ਸਾਰਿਆਂ ਦੇ ਵਿੱਚ ਹੀ ਵਿਆਪਕ ਹੈ। ਹਰ ਏਕੋ ਪੁਰਖ ਸਮਾਣਾ, ਭਾਈ ਉਹ ਪੂਰਨ ਹੋ ਕੇ ਸਮਾਇਆ ਹੋਇਆ ਹੈ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਇਹ ਜਿਹੜੇ ਤੇਰੇ ਚੋਜ ਹਨ, ਇਹ ਅਚਰਜ ਹਨ, ਇਹ ਜਿਹੜੇ ਤੇਰੇ ਕੌਤਕ ਨਾ, ਇਹ ਵਿਡਾਣਾ ਦਾ ਅਰਥ ਹੈ ਜੀਵ ਨੂੰ ਬੜੇ ਹੈਰਾਨ ਕਰ ਦਿੰਦੇ। ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ, ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ। ਜਿਹੜੇ ਤੂੰ ਕੌਤਕ ਕਰ ਦਿੰਦਾ ਏ ਉਹ ਹੈਰਾਨ ਕਰਨ ਵਾਲੇ। ਹਰਨਾਖਸ਼ ਨੇ ਰੱਬ ਦੀ ਭਗਤੀ ਕੀਤੀ, ਆਪ ਹੀ ਉਸ ਨੂੰ ਸਾਰੇ ਵਰ ਦੇ ਤੇ ਜਦੋਂ ਵਰਾਂ ਦੀ ਪ੍ਰਾਪਤੀ ਹੋਈ ਮਨ ਦੇ ਵਿੱਚ ਹੰਕਾਰੀ ਹੋ ਗਿਆ, ਆਪ ਹੀ ਉਸ ਨੂੰ ਮਾਰਤਾ। ਇਵੇਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜਿਹੜੇ ਤੇਰੇ ਕੌਤਕ ਹਨ ਉਹ ਬੜੇ ਅਚਰਜ ਹਨ। ਜਿਨ੍ਹਾਂ ਨੂੰ ਤੂੰ ਆਪਣੇ ਭਗਤ ਬਣਾਉਣਾ ਹੈ, ਉਹ ਭਗਤੀ ਕਈ ਵਾਰ ਤੈਨੂੰ ਮਾਰਨ ਦੇ ਵਾਸਤੇ ਤੁਰ ਪੈਂਦੀ। ਜੇ ਪ੍ਰਹਿਲਾਦ ਦੀ ਰੱਖਿਆ ਕੀਤੀ, ਇੱਕ ਮੰਤਰੀ ਉਹਦੀ ਸਭਾ ਦੇ ਵਿੱਚ ਬੋਲਿਆ, ਓਏ ਉਹ ਕਾਹਦਾ ਪੁੱਤ ਜਿਹੜਾ ਪਿਓ ਦਾ ਬਦਲਾ ਹੀ ਨਾ ਲੈ ਸਕੇ। ਪੁੱਛਿਆ ਵੀ ਕਿਹਨੇ ਮੇਰੇ ਪਿਓ ਨੂੰ ਮਾਰਿਆ ਹੈ, ਕਿਉਂਕਿ ਤੇ ਉਸ ਵੇਲੇ ਪਤਾ ਲੱਗਾ ਵੀ ਜਿਹੜਾ ਨਰਸਿੰਘ ਰੂਪ ਧਾਰਨ ਕਰਕੇ ਪ੍ਰਮਾਤਮਾ ਆਇਆ ਸੀ, ਚੜਿਆ ਘੋੜੇ ਦੇ ਉੱਪਰ ਸਵਾਰੀ ਕਰਕੇ ਨਾਲ ਫੌਜਾਂ ਲਈਆਂ, ਫੌਜਾਂ ਦੀ ਕਮਾਨ ਕਰਦਾ ਹੋਇਆ ਰੱਬ ਨੂੰ ਲੱਭਣ ਤੁਰ ਪਿਆ। ਕਦੀ ਜੰਗਲਾਂ 'ਚ ਭਰਮੀ ਫਿਰਦਾ ਹੈ, ਕਿਸੇ ਪਾਸੇ ਤੁਰਿਆ ਫਿਰਦਾ, ਕਦੀ ਕਿਸੇ ਨੂੰ ਪਤਾ ਪੁੱਛਦਾ ਹੈ ਵੀ ਰੱਬ ਕਿੱਥੇ ਹੈ। ਹੁਣ ਹਰੇਕ ਨੂੰ ਤੇ ਪਤਾ ਨਹੀਂ ਨਾ ਵੀ ਰੱਬ ਕਿੱਥੇ ਰਹਿੰਦਾ ਹੈ, ਕਿੱਥੇ ਵੱਸਦਾ ਹੈ। ਤੁਰਿਆਂ ਤੁਰਿਆਂ ਜਾਂਦਿਆਂ ਇੱਕ ਬਜ਼ੁਰਗ ਸਰੀਰ ਉਸ ਨੂੰ ਪੁੱਛਣ ਲੱਗਾ, ਬਜ਼ੁਰਗੋ ਤੁਹਾਨੂੰ ਪਤਾ ਹੈ ਕਿਉਂਕਿ ਤੁਸੀਂ ਉਮਰ ਭੋਗੀ ਹੈ, ਰੱਬ ਕਿੱਥੇ ਹੈ? ਕਹਿਣ ਲੱਗੇ, ਉਸਨੇ ਡੰਗੋਰੀ ਆਪਣੇ ਹੱਥ ਵਾਲੀ ਧਰਤੀ ਤੇ ਸੁੱਟਤੀ। ਕਹਿਣ ਲੱਗਾ, ਓਏ ਆ ਪਹਿਲੋਂ ਡੰਗੋਰੀ ਚੁੱਕ ਕੇ ਫੜਾ, ਫਿਰ ਤੈਨੂੰ ਦੱਸਦਾ ਵੀ ਰੱਬ ਕਿੱਥੇ ਹੈ। ਗੁਰਬਾਣੀ ਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਉਹਨੇ ਆਪਣੇ ਅਹਿਲਕਾਰ ਨੂੰ ਕਹੀ, ਉਹ ਬਜ਼ੁਰਗ ਨੂੰ ਡੋਰੀ ਫੜਾ, ਆਪਾਂ ਨੂੰ ਐਡਰੈਸ ਪਤਾ ਲੱਗ ਗਿਆ ਵੀ ਰੱਬ ਕਿੱਥੇ ਹੈ। ਚੁੱਕਣ ਦਾ ਯਤਨ ਕੀਤਾ, ਚੁੱਕੀ ਨਾ ਗਈ। ਆਖਰਕਾਰ ਨੂੰ ਆਪ ਪ੍ਰਹਿਲਾਦ ਜੀ ਘੋੜੇ ਤੋਂ ਉਤਰੇ ਤੇ ਡੰਗੋਰੀ ਫੜੀ, ਡੰਗੋਰੀ ਨੂੰ ਚੁੱਕਣ ਲੱਗਾ ਤੇ ਉਸ ਵੇਲੇ ਚੁੱਕੀ ਨਾ ਗਈ। ਬਜ਼ੁਰਗ ਜੋ ਖੁਦ ਪ੍ਰਮਾਤਮਾ ਸੀ, ਗੁਰਬਾਣੀ ਦੇ ਵਿੱਚ ਬਚਨ ਹੈ, ਰਾਮਚੰਦ ਕੀ ਲਸਟਕਾ ਜਿਨ ਬਿਦਾਰਿਆ ਰੋਗ। ਤੇ ਉਸ ਵੇਲੇ ਬਜ਼ੁਰਗ ਨੇ ਬੋਲ ਕੇ ਉਹ ਕਹਿੰਦੇ, ਉਹ ਤੇਰੇ ਕੋ ਆ ਡੰਗੋਰੀ ਤੇ ਚੁੱਕੀ ਨਹੀਂ ਜਾਂਦੀ ਤੇ ਰੱਬ ਨਾਲ ਪੰਗੇ ਲੈ ਰਿਹਾ। ਉਦੋਂ ਉਸ ਨੂੰ ਗਿਆਨ ਹੋ ਗਿਆ ਵੀ ਰੱਬ ਨਾਲ ਪੰਗੇ ਲੈਣ ਦਾ ਫਾਇਦਾ ਕੋਈ ਨਹੀਂ। ਗੁਰਬਾਣੀ ਦੇ ਵਿੱਚ ਬਚਨ ਹੈ ਵੀ ਹੰਕਾਰ ਦਾ ਰੋਗ ਹੋ ਗਿਆ ਸੀ ਤੇ ਉਹ ਸੋਟੀ ਨਾ ਚੁੱਕਣੇ ਕਰਕੇ ਉਹਦਾ ਹੰਕਾਰ ਦੀ ਨਿਵਰਤੀ। ਵੇਖੋ, ਆਪ ਸਾਰੀਆਂ ਬਖਸ਼ਿਸ਼ਾਂ ਉਸ ਭਗਤ ਨੂੰ ਕੀਤੀਆਂ, ਪਰ ਇਹ ਅਚਰਜੀ ਕੌਤਕ ਹਨ ਵੀ ਜਿਹੜੇ ਕੋਲੋਂ ਬਖਸ਼ਿਸ਼ਾਂ ਲਈ ਉਹਨੂੰ ਹੀ ਮਾਰਨ ਤੁਰ ਪਈਏ। ਜਿਹਨੇ ਸਾਡੀ ਰੱਖਿਆ ਕੀਤੀ ਹੋਵੇ ਉਹਦਾ ਹੀ ਗਲਾ ਵੱਢਣ ਤੁਰ ਪਈਏ। हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਇਹ ਜਿਹੜੇ ਤੇਰੇ ਕੌਤਕ, ਇਹਨਾਂ ਦਾ ਕਿਸੇ ਨੇ ਸੰਸਾਰ ਦੇ ਵਿੱਚ ਅੰਤ ਨਹੀਂ ਪਾਇਆ। ਬੜੇ ਹੈਰਾਨ ਕਰਨ ਵਾਲੇ ਜਦੋਂ ਸੁਣੀਂਦੇ ਹੀ ਹਨ
ਤੇ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਸ਼ਰਕ ਵੀ ਇਹ ਤੇ ਝੂਠ ਹੀ ਹੈ ਸਾਰਾ ਕੁਝ, ਇਹ ਕਿਵੇਂ ਹੋ ਸਕਦਾ। ਵੇਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਵਿੱਤਰ ਅਸਥਾਨ, ਬੀਬੀ ਰਜਨੀ ਵਰਗੀ ਕੋੜੇ ਪਤੀ ਨੂੰ ਲੈ ਕੇ ਆਉਂਦੀ ਹੈ, ਇਸ਼ਨਾਨ ਕਰਾਉਂਦੀ ਹੈ, ਜਿਹੜੇ ਅੰਗ ਸਾਰੇ ਅਰੋਗ ਹੋ ਜਾਂਦੇ ਆ। ਹੁਣ ਨਿਸ਼ਰਦ ਕਹਿੰਦੇ ਇਹ ਕਿਵੇਂ ਹੋ ਸਕਦਾ, ਵਾਕਈ ਹੈਰਾਨ ਕਰਨ ਵਾਲੀ ਗੱਲ ਹੈ। ਪਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨ ਉਸ ਅਸਥਾਨ ਦੇ ਉੱਪਰ ਪਏ ਹਨ। ਸਤਿਗੁਰੂ ਇਹ ਤੇ ਕੇਵਲ ਕੋੜ ਦਾ ਰੋਗ ਦੂਰ ਕੀਤਾ ਹੈ, ਕਿ ਉਹਦੇ ਇਕੱਲੇ ਦਾ ਹੀ ਕੀਤਾ ਹੈ। ਆਪਾਂ ਪ੍ਰੇਮੇ ਕੋੜੀ ਦੀ ਸਾਖੀ ਪੜ੍ਹਦੇ ਹਾਂ, ਜਿਹੜਾ ਪਾਵਨ ਗੁਰੂ ਕੀ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਸ ਕੋੜੀ ਦਾ ਰੋਗ ਨਿਵਰਤ ਕੀਤਾ ਸੀ। ਪਹਿਲੋਂ ਸੂਰਜ ਅਜੇ ਅਸਤ ਨਹੀਂ ਸੀ, ਸਤਿਗੁਰੂ ਦੇ ਚਰਨਾਂ ਦੀ ਮਿੱਟੀ ਉਸਨੇ ਸਰੀਰ ਨੂੰ ਮਲੀ ਸੀ। ਜਿੱਥੇ ਜਿੱਥੇ ਮਲਦਾ ਸੀ ਨਾ, ਉੱਥੇ ਉੱਥੇ ਉਸ ਦੇ ਕੋੜ ਦਾ ਰੋਗ ਨਿਵਰਤ ਹੋਈ ਜਾ ਰਿਹਾ ਸੀ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਧੂੜ ਲੱਗਦੀ ਸੀ। ਫਿਰ ਜਦੋਂ ਸੂਰਜ ਛਿਪਿਆ, ਕਿਹਾ ਮਹਾਰਾਜ ਅਸ਼ਾਂਤ ਹੈ ਮਨ। ਬੇਸ਼ੱਕ ਸਰੀਰ ਦਾ ਤਾਂ ਕੋੜ ਰੋਗ ਨਿਵਰਤ ਹੋ ਗਿਆ, ਆਪ ਜੀ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੋਇਆ ਸੀ, ਪਰ ਹੁਣ ਆਪ ਜੀ ਦੇ ਦਰਸ਼ਨ ਨਹੀਂ ਹੋ ਰਹੇ, ਹਨੇਰਾ ਸੀ। ਇਹਨਾਂ ਲਾਈਟ ਦਾ ਪ੍ਰਬੰਧ ਉਦੋਂ ਨਹੀਂ ਹੋਵੇਗਾ ਜਿੰਨਾ ਅਜੋਕੇ ਸਮੇਂ ਦੇ ਵਿੱਚ। ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਿਆ ਸੀ, ਜਿਉ ਤਪਤ ਹੈ ਬਾਰੋ ਬਾਰ। ਦੀਪਾਲਪੁਰ ਵਾਲਾ ਕੋੜੀ ਸੀ। ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਹੁਣ ਹੈਰਾਨਗੀ ਦੀ ਗੱਲ ਹੈ ਨਾ, ਕਿ ਸਤਿਗੁਰੂ ਜੀ ਦੇ ਚਰਨ ਧੂੜ ਲੱਗਣ ਦੇ ਨਾਲ ਹੀ ਜਿਹੜਾ ਹੈ ਉਹ ਕੋੜ ਦਾ ਰੋਗ ਨਿਵਰਤ ਹੋ ਜਾਂਦਾ ਹੈ। ਪਰ ਸਾਰੇ ਇਸ ਗੱਲ ਨੂੰ ਮੰਨਣ ਦੇ ਵਾਸਤੇ ਤਿਆਰ ਨਹੀਂ। ਪਰ ਇੱਕ ਧਰਮ ਸ਼ਰਧਾ ਦੇ ਉੱਪਰ ਟਿਕਿਆ ਹੋਇਆ, ਜਿਹਦੇ ਜੀਵਨ ਦੇ ਵਿੱਚ ਸ਼ਰਧਾ ਹੈ, ਧਰਮ ਉਹ ਕਮਾ ਸਕਦਾ ਹੈ। ਨਸ਼ਰਦਕ ਬੰਦਾ, ਨਾਸਤਕ ਤਰਕਵਾਦੀ ਬੰਦਾ ਸਦਵਾ ਤੇ ਸਕਦਾ ਹੈ ਆਪਣੇ ਆਪ ਨੂੰ ਧਰਮੀ, ਵੀ ਮੇਰੇ ਵਰਗਾ ਗਿਆਨ ਕਿਸੇ ਨੂੰ ਨਹੀਂ, ਕਿ ਜਿਹੜਾ ਮੈਨੂੰ ਗਿਆਨ ਹੈ ਇਹੋ ਹੀ ਗਿਆਨ ਸਾਰਿਆਂ ਦੇ ਨਾਲੋਂ ਸਰਵੋਤਮ ਹੈ। ਇਹ ਕਹਾ ਤੇ ਸਕਦਾ ਹੈ, ਪਰ ਅਸਲ ਦੇ ਵਿੱਚ ਉਸ ਨੂੰ ਧਰਮੀ ਹੈ ਨਹੀਂ, ਧਰਮੀ ਬਣਿਆ ਨਹੀਂ, ਧਰਮੀ ਕੇਵਲ ਕਹਾ ਰਿਹਾ ਹੈ। ਧਰਮ ਦਾ ਮਖੌਟਾ ਤਾਂ ਹੈ, ਪਰ ਗੁਰੂ ਦੇ ਉੱਪਰ ਸ਼ਰਧਾ ਨਹੀਂ, ਵਿਸ਼ਵਾਸ ਨਹੀਂ। ਗੁਰਬਾਣੀ ਦਾ ਪਾਵਨ ਬਚਨ ਹੈ ਨਾ, ਜਾ ਕੇ ਅੰਤਰ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਧਰਮ ਦੀ ਦੁਨੀਆ ਸ਼ਰਧਾ ਵਿਸ਼ਵਾਸ ਭਰੋਸੇ ਦੀ ਦੁਨੀਆ ਹੈ, ਨਾ ਕਿ ਤਰਕ ਕਰਨ ਦੀ। ਇਸ ਵਾਸਤੇ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਇਕਰਾਂ ਨੂੰ ਸੰਸਾਰ ਦੇ ਵਿੱਚ ਦਾਤੇ ਬਣਾਤਾ, ਜਿਨ੍ਹਾਂ ਨੇ ਭਾਰੀ ਪੁੰਨ ਕੀਤੇ। ਜਿਹੜੇ ਪਾਪੀ ਸਾਨੂੰ ਭਿਖਾਰੀ ਮੰਗਤੇ ਬਣ ਕੇ ਦਰ ਦਰ ਦੇ ਉੱਪਰ ਮੰਗਦੇ ਫਿਰਦੇ, ਸਰੀਰ ਇੱਕੋ ਜਿਹੇ ਹਨ ਦੋਵਾਂ। ਇਕਰਾਂ ਨੂੰ ਤੂੰ ਦਾਤੇ ਹੈ ਸਤਿਗੁਰੂ ਬਣਾਤਾ, ਇਕਰਾਂ ਨੂੰ ਤੁਸੀਂ ਜਾਚਕ ਸਿੱਖ ਬਣਾਤਾ, ਇਕਰਾਂ ਨੂੰ ਤੁਸੀਂ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਬ੍ਰਹਮ ਗਿਆਨੀ ਮਹਾਂਪੁਰਖ ਬਣਾਤਾ। ਭਿਖਾਰੀ ਇੱਕ ਨੂੰ ਜਾਚਕ ਜਗਿਆਸੂ ਬਣਾਤਾ ਹੈ। ਇਹ ਤੁਹਾਡੇ ਸਾਰੇ ਕੌਤਕਾਨ, ਤੁਹਾਡੇ ਬਣਾਏ ਸਰੀਰ ਹਨ, ਇਹ ਭਿੰਨ ਭਿੰਨ ਤੁਸੀਂ ਕੀਤੇ ਹਨ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਉ ਤੁਧ ਬਿਨ ਅਵਰ ਨਾ ਜਾਣਾ। ਇਹ ਵਾਹਿਗੁਰੂ ਪ੍ਰਮਾਤਮਾ ਤੂੰ ਆਪ ਹੀ ਹੈ ਜਿਹੜਾ ਦਾਤਾ। ਦਾਤਾ ਦੇ ਕਹਿ ਲਈਏ ਦੇਣ ਵਾਲਾ, ਭੁਗਤਾ ਕਹਿ ਲਈਏ ਪ੍ਰਾਪਤ ਕਰਨ ਵਾਲਾ, ਭੋਗਣ ਵਾਲਾ। ਤੂੰ ਹੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਆਪ ਹੀ ਦਾਤਾ ਹੈ, ਆਪ ਹੀ ਭੁਗਤਾ ਹੈ, ਦਾਤਾ ਨੂੰ ਭੋਗ ਰਹੇ ਹਾਂ। ਅਸੀਂ ਤੁਹਾਡੇ ਤੋਂ ਬਗੈਰ ਹੋਰ ਕਿਸੇ ਨੂੰ ਜਾਣਦੇ ਨਹੀਂ। ਤੂੰ ਪਾਰ ਬ੍ਰਹਮ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੂੰ ਪਾਰ ਬ੍ਰਹਮ ਹੈ। ਪਾਰ ਬ੍ਰਹਮ ਦਾ ਅਰਥ, ਪਾਰ ਦਾ ਅਰਥ ਹੁੰਦਾ ਹੈ ਪਾਪਾ ਪੁੰਨਾ ਤੋਂ ਮੁਕਤ, ਤੇ ਬ੍ਰਹਮ ਦਾ ਅਰਥ ਹੈ ਬ੍ਰਹਮ ਸਵਰੂਪ। हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੂੰ ਪਾਪਾ ਪੁੰਨਾ ਤੋਂ ਮੁਕਤ ਹੈ, ਬ੍ਰਹਮ ਸਰੂਪ ਹੈ, ਬੇਅੰਤ ਹੈ, ਅੰਤ ਤੋਂ ਰਹਿਤ ਹੈ, ਅੰਤ ਤੋਂ ਰਹਿਤ ਹੈ।
ਮਨ ਬਾਣੀ ਸਰੀਰ ਕਰਕੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਮਨ ਕਰਕੇ ਜਾਂ ਸਰੀਰ ਕਰਕੇ ਜ਼ੁਬਾਨ ਦੇ ਨਾਲ ਕੋਈ ਕਥਨ ਕਰੀ ਜਾਵੇ ਤੇਰਾ ਅੰਤ ਨਹੀਂ ਪੈ ਸਕਦਾ। ਤੇ ਫਿਰ ਤੇਰੇ ਕਿਆ ਗੁਣ ਆਖ ਵਖਾਣਾ ਵਾਹਿਗੁਰੂ ਪ੍ਰਮਾਤਮਾ, ਤੇਰੇ ਕੀ ਗੁਣ ਅਸੀਂ ਆਖ ਦਾ ਅਰਥ ਹੈ ਕਹਿਣਾ ਕਰੀਏ। ਵਿਖਿਆਨ ਕਰਨ ਵਾਲੇ ਬਣ ਕੇ, ਵਿਆਖਿਆ ਕਰਨ ਵਾਲੇ ਬਣ ਕੇ ਤੇਰੇ ਕਿੰਨੇ ਕੁ ਗੁਣਾਂ ਦਾ ਕਥਨ ਕਰੀਏ। ਜੋ ਸੇਵ ਹੈ ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਅਸੀਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ ਜਿਹੜੇ ਤੈਨੂੰ ਸਰੀਰ ਕਰਕੇ ਸੇਵਦੇ, ਜਿਹੜੇ ਤੇਰੀ ਮਨ ਕਰਕੇ ਪੂਜਾ ਕਰਦੇ ਹਨ। ਸਰੀਰ ਪ੍ਰਕਾਰ ਕਰਕੇ 16 ਪ੍ਰਕਾਰ ਦੀ ਸੇਵਾ, ਜਿਵੇਂ ਚੌਰ ਸਾਹਿਬ ਦੀ ਸੇਵਾ ਗੁਰੂ ਕੇ ਸਿੰਘ ਕਰ ਰਹੇ ਹਨ, ਇਹ ਸਰੀਰਕ ਸੇਵਾ। ਭਾਵਨਾ ਦੇ ਨਾਲ ਗੁਰੂ ਕੇ ਸਿੰਘਾਂ ਨੂੰ ਲੰਗਰ ਵਰਤਾਉਣ ਦੀ ਸੇਵਾ ਕਰਨੀ, ਇਹ ਸਰੀਰਕ ਸੇਵਾ। ਅੱਜ ਜਿਸ ਦਰੀਆਂ ਦੇ ਉੱਪਰ ਆਪਾਂ ਬੈਠੇ ਹੋਏ ਹਾਂ, ਫਰਸ਼ ਥੱਲੇ ਵਿਛੀ ਹੈ, ਇਹਨਾਂ ਚਾਦਰਾਂ ਨੂੰ ਝਾੜਨਾ ਇਹ ਸਰੀਰਕ ਸੇਵਾ ਹੈ ਗੁਰੂ। ਇੱਕ ਹੁੰਦੀ ਹੈ ਮਾਨਸਿਕ ਸੇਵਾ। ਜਿਵੇਂ ਰਾਮਾਨੰਦ ਜੀ ਦੇ ਜੀਵਨ ਦੇ ਵਿੱਚੋਂ ਬਚਨ ਮਿਲਦਾ ਹੈ, ਜਦੋਂ ਭਗਤ ਕਬੀਰ ਜੀ ਦੀ ਪ੍ਰਸਿੱਧੀ ਹੋਈ ਨਾ, ਕਈਆਂ ਨੇ ਦੋਸ਼ ਰਾਮਾਨੰਦ ਜੀ ਦੇ ਉੱਪਰ ਲਾਤੇ ਵੀ ਤੂੰ ਇਹਨੂੰ ਉਪਦੇਸ਼ ਦਿੱਤਾ, ਇਹ ਤਾਂ ਇੰਨੀ ਪ੍ਰਸਿੱਧੀ ਹੋਈ ਹੈ। ਕਿਉਂਕਿ ਈਰਖਾ ਕਰਦੇ ਸਨ, ਨੀਚ ਜਾਤ ਦਾ ਜਾਣ ਕਰਕੇ, ਜੁਲਾਹੇ ਜਾਣ ਕੇ। ਤਾਂ ਉਸ ਵੇਲੇ ਰਾਮਾਨੰਦ ਜੀ ਵੀ ਕਹਿਣ ਲੱਗੇ ਵੀ ਮੈਂ ਤੇ ਉਪਦੇਸ਼ ਨਹੀਂ ਦਿੱਤਾ, ਲਿਆਓ ਸੱਦ ਕੇ ਮੇਰੇ ਪਾਸ। ਜਿਸ ਵੇਲੇ ਭਗਤ ਕਬੀਰ ਜੀ ਗਏ ਤੇ ਰਾਮਾਨੰਦ ਜੀ ਨੇ ਕਨਾਤ ਤਾਣੀ ਹੋਈ ਸੀ, ਉੱਥੇ ਪੂਜਾ ਕਰ ਰਹੇ ਸਨ। ਤੇ ਪੂਜਾ ਕਰ ਕੀ ਰਹੇ ਸਨ? ਧਿਆਨ ਜੋੜ ਕੇ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵੈਸ਼ਨਵ ਮਤ ਦੇ ਧਾਰਨੀ ਸਨ ਤੇ ਵਿਸ਼ਨੂੰ ਜੀ ਦੀ ਪੂਜਾ ਕਰ ਰਹੇ ਸਨ। ਉਹ ਧਿਆਨ ਹੀ ਧਿਆਨ ਦੁਆਰਾ ਉਹਨਾਂ ਨੇ ਪਹਿਲੋਂ ਮੁਕਟ ਪਹਿਨਾ ਦਿੱਤਾ। ਜਿਵੇਂ ਆਪਾਂ ਬਾਹਰੀ ਤੌਰ ਤੇ ਪੂਜਾ ਕਰਦੇ ਆ, ਮੁਕਟ ਪਹਿਨਾਤਾ, ਪਰ ਜਿਹੜੀ ਮਾਲਾ ਸੀ ਉਹ ਪਹਿਰਾਉਣ ਵਾਲੀ ਰਹਿ ਗਈ। ਜਿਹੜੇ ਵੈਸ਼ਨਵ ਮਤ ਦੇ ਲੋਕ ਨਾ, ਉਹ ਮਾਲਾ ਨੂੰ ਪ੍ਰਵਾਨ ਕਰਦੇ, ਜਿਹੜੀ ਮਾਲਾ ਐ ਜੇ ਗਲੇ ਦੇ ਵਿੱਚ ਵੀ ਬੰਨਣੀ ਹੈ ਤੇ ਗਲੇ ਨੂੰ ਥੋੜੀ ਕੁ ਘੁੱਟ ਦਿੰਦੀ ਹੋਵੇ, ਭਾਵ ਚਾਰੇ ਪਾਸਿਓਂ ਸਰੀਰ ਦੇ ਨਾਲ ਲੱਗੀ ਹੋਵੇ। ਇਹ ਡੌਲੇ ਦੇ ਉੱਪਰ ਬੰਨ੍ਹਦੇ, ਐਵੇਂ ਬੰਨ੍ਹਦੇ ਜਾਣ ਪੂਰੀ ਕੱਸ ਕੇ। ਹੁਣ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ, ਜੇ ਮੁਕਟ ਲਾਉਂਦਾ ਹੈ ਤੇ ਨਰਾਦਰੀ ਹੈ, ਉਹਦੇ ਮੁਤਾਬਕ ਭਗਵਾਨ ਦੀ ਵੀ ਇੱਕ ਵਾਰ ਰੱਖ ਕੇ ਲਾਉਣਾ, ਪੂਜਾ ਕਰ। ਪਰ ਮੁਕਟ ਲਾਉਣ ਤੋਂ ਬਗੈਰ ਉਹ ਪੈ ਨਹੀਂ ਰਿਹਾ ਜਿਹੜੀ ਰੁਦਰਾਖ ਦੀ ਮਾਲਾ ਹੈ। ਬੜਾ ਚਿਰ ਸੋਚਦਾ ਰਿਹਾ, ਵਿਚਾਰਦਾ ਰਿਹਾ, ਫੇਰ ਧਿਆਨ ਧਾਰਿਆ। ਭਗਤ ਕਬੀਰ ਜੀ ਅੰਤਰਜਾਮੀ ਸਨ। ਕਹਿਣ ਲੱਗੇ ਰਾਮਾਨੰਦ ਜੀ ਕੀ ਹੋ ਗਿਆ? ਜ਼ੁਬਾਨ ਨਾਲ ਗੱਲਾਂ ਨਹੀਂ ਕਰ ਰਹੇ, ਬਸ ਮਨ ਦੇ ਨਾਲ ਹੀ। ਕਹਿੰਦੇ ਕੀ ਹੋ ਗਿਆ? ਰਾਮਾਨੰਦ ਜੀ ਕਹਿਣ ਲੱਗੇ ਵੀ ਆਹ ਗੱਲ ਬਣੀ। ਤੇ ਉਸ ਵੇਲੇ ਭਗਤ ਕਬੀਰ ਜੀ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਜੇ ਇਹ ਹੈ ਤੇ ਮਾਲਾ ਦਾ ਇੱਕ ਹਿੱਸਾ, ਕਿਉਂਕਿ ਮਾਲਾ ਖੁੱਲ ਜਾਂਦੀ ਹੈ ਨਾ, ਇਸਦਾ ਜੋ ਮਗਰਲੇ ਪਾਸੇ ਹੈ ਕੁੰਡੀ, ਉਸ ਨੂੰ ਖੋਲ ਕੇ, ਉਹ ਉਸ ਨੂੰ ਡੋਡਾ ਕਹਿੰਦੇ ਹਨ, ਉਹ ਕੁੰਡੀ ਖੋਲ ਕੇ ਤੇ ਗਲ ਦੇ ਵਿੱਚ ਪਾ ਕੇ ਮਗਰੋਂ ਮੇਲ ਦੋ। ਇਹ ਤੇ ਕੰਮ ਔਖਾ ਹੀ ਨਹੀਂ, ਤੁਸੀਂ ਕਿਉਂ ਇੰਨੇ ਸ਼ੰਕਾਵਾਦੀ ਬਣ ਗਏ? ਕਿਉਂ ਇਹਨਾਂ ਭਰਮ ਪਾਲੀ ਫਿਰਦੇ ਹੋ ਵੀ ਮੁਕਟ ਲਾਉਣਾ ਪਵੇਗਾ? ਉਹ ਕਰਕੇ ਤੇ ਬਾਹਰ ਆਏ, ਘੁੱਟ ਕੇ ਗਲਵਕੜੀ ਦੇ ਵਿੱਚ ਲੈ ਲਿਆ ਰਾਮਾਨੰਦ। ਪਰ ਭਗਤ ਕਬੀਰ ਜੀ ਨੇ ਚਰਨ ਪਰਸੇ, ਕਹਿੰਦੇ ਮੈਂ ਤੇ ਤੈਨੂੰ ਉਪਦੇਸ਼ ਨਹੀਂ ਦਿੱਤਾ, ਮੇਰੇ ਚਰਨ ਕਿਉਂ ਪਰਸੇ? ਕਹਿੰਦੇ ਜੀ ਮੇਰੇ ਗੁਰੂ ਤੁਸੀਂ ਹੀ ਹੋ। ਬੇਸ਼ੱਕ ਤੁਹਾਨੂੰ ਨਾ ਗਿਆਨ ਹੋਵੇ, ਜਦੋਂ ਗੰਗਾ ਦੇ ਉੱਪਰ ਇਸ਼ਨਾਨ ਕਰਨ ਦੇ ਵਾਸਤੇ ਜਾਂਦੇ ਸੋ, ਉਸ ਵੇਲੇ ਮੈਂ ਜਿਸ ਰਸਤੇ ਥਾਣੀ ਤੁਸੀਂ ਵਾਪਸ ਆਉਂਦੇ ਸੋ ਹਨੇਰਾ ਸੀ, ਮੈਂ ਉੱਥੇ ਲੰਬੇ ਪੈ ਗਿਆ ਪੌੜੀਆਂ ਦੇ ਉੱਪਰ, ਤੁਹਾਡਾ ਪੈਰ ਦਾ ਠੇਡਾ ਮੇਰੇ ਨਾਲ ਵੱਜਾ ਤੇ ਤੁਸੀਂ ਮੈਨੂੰ ਬਚਨ ਕਿਹਾ ਸੀ
राम के राम कहो। मैं उस दिन तो ही राम 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 दा आराधन कीता, राम राम जपदियां राम दा स्वरूप ही हो गए। इवें एक मन करके पूजा हुंदी है वाहिगुरु परमात्मा। जिवें आपां साखी सुनते ना, जदों गुरु अमरदास महाराज सच्चे पातशाह जी ने गुरु रामदास साहब जी नूं लाहौर भेजिया सी, ते जिहड़ा अंब सी ਉਹ हर रस्ते दे विच आउंदियां आउंदियां ही जिहड़ा खराब हो गया सी। पर सतगुरु साहब जी बड़े प्रसन्न होए। इवें एक सिख दी भी साखी आउंदी है इतिहास दे विच, उस सिख दा मैनूं नाम विसर गया। महाराज सच्चे पातशाह जी दे वास्ते उसने बड़ा सोहना वस्त्र सीता, जिन्हों चोला कह दिंदे आ, पहनाउंदा है। महाराज साहब जी उवें ही अंग करदे हन जिवें आपां कपड़े पहनदे हो। सुभाविक सिखां ने पुछया भी की कारण। महाराज साहब जी ने बचन किया कि भाई सिखो, फलानी जगह दे उपर साडा सिख वसदा है, उन्हें बड़ी भावना दे नाल चोला तैयार कीता है, ते ओह सानू पहरा रहा है। वो सोचदा है भी गुरु नूं पहरा के वेखीए भी किवें दा लगेगा, ते ओह बड़ी भावना दे नाल सानू पहरा रहा है, असीं तां इवें करदे सी। इवें जिथे परमात्मा है उत्थे सतगुरु भी ऐसे दीन दयाल। मन करके भी जेड़ा गुरु का सिख कोई भेटा अर्पण करता है ना, ये सोच ही लेंदा है कि मेरे सतगुरु वास्ते ये कितनी सोहनी चीज है, कितनी वस्तु मेरे सतगुरु दे शीश दे उपर फबेगी, सतगुरु जी दे पावन अंगां दे उपर शोभा पावेगी। ते नास्तिक लोग जेड़े अजोके समय दे विच वो ते कहण लग पे भी सतगुरु नूं 6-6 महीने कोई रुमाला लेना चाहिए, आप भावां दिहाड़ी दे विच 3 वार अपने कपड़े बदलते हो। इन्ने महंगे नहीं बूट पाने, इन्ने महंगे नहीं वस्त्र पाने चाहिए सतगुरु नूं। आप भावां 1000-1000 रुपये मीटर वाला कपड़ा शरीर दे उपर पहनो, नहीं भाई दिता सतगुरु दा है सारा। एक गल चेते रखियो, ये नहीं कि कोई उन्हां दी गल सुन के भावना वाला ये कहेगा भी वाकई इन्हां दी गल सही है, नहीं। भावना वाला उन्होंने मूर्ख जानेगा भी ये बंदा मूर्ख है, ते अपनी बुद्ध का प्रगटावा कर रहा है। कि जिदन का उन्होंने बयान दिता, गुरु रामदास साहब जी के घर दे विच जिहड़े रुमाले सन वो घट कीमत वाले आने शुरू हो गए। उस तो 3-4 दिन की बाद है सोने दियां तारां दियां कढ़ाई वाले रुमाले सतगुरु साहब जी के चरणों के विच किसी गुरसिख ने जिसकी बहुत ज़्यादा कीमत सी वो भेटा कीते। भावना वाले हमेशा भावना रखते हैं, पर जिहड़े मूर्ख हैं वो भी अपनी बुद्ध का प्रगटावा करनों नहीं रहिंदे। जिवें कहा जाता है ना, कई कह ही देंगे भी हर रोज़ जिहड़ा सतगुरु साहब जी का स्थान है उसनूं कच्ची लस्सी दे नाल इशनान कराउण दा की फायदा। गुरसिखां दी ये भावना है। भावें विग्यानक पक्ष भी अजोके समय दे विच सामने आ गया, जिहड़े वो भी उन्हां ही प्रगट कीता जिहड़े भावना वाले सिख हन। उन्होंने ये गल कही भी जे इक्के दम आपां आ जिहड़े वरतदे हाँ साफ करन दे वास्ते, फर्शा साफ करन दे वास्ते, ते उस वेले विछाई कर दईए, ते जे उत्थे आन के संगत नमस्कार करे, हो सकता है कि वो क्योंकि किसी दे शरीर नूं लग जाए, उन्हां दे जहर इत्यादि हुंदा उहदा नुकसान हो जाए। चलो भावना वालियां ने इवें प्रगट करती, पर जिहदी भावना है वो अज तक भी उवें सेवा करे। किते रुक गई सेवा श्री हरमंदर साहिब दी ਜਾਂ होर ਜਿਹੜੇ ਸਥਾਨਾਂ ਦੇ ਉੱਪਰ ਹੁੰਦੀ है वो सेवा रुक गई है, नहीं पाई। ਤੇ ਜਿਹੜਾ ऐसी भावना गुरु ਦੇ ਉੱਪਰ ਰੱਖੇਗਾ, आप इतिहास पढ़ो, जे भावना ਦੇ ਨਾਲ ਉੱਥੇ कोई गुरु का ਭੱਟ गवैया सिख ਜਿਹਦੀ पता नहीं किन्ने ਕੁ ਚਿਰ ਤੋਂ ਨਿਗਾਹ ਹੀ ਨਹੀਂ ਸੀ ਹੈਗੀ, ਉਹ ਪ੍ਰੇਮ ਦੇ ਨਾਲ ਸਵਈਏ ਗਾਉਂਦਾ ਰਿਹਾ, ਤੇ ਅਚਾਨਕ ਕੀ ਸਤਿਗੁਰੂ ਨੇ ਕਿਰਪਾ ਕੀਤੀ, ਉਹਦੀ ਨਿਗਾਹ ਵਾਪਸ ਆ ਗਈ ਬਜ਼ੁਰਗੀ ਦੇ ਵਿੱਚ।
ਤੇ ਮੂਰਖ ਤੇ ਇਹ ਵੀ ਕਹਿਣਗੇ ਵੀ ਇਵੇਂ ਕਿਵੇਂ, ਜਿਹੜਾ ਅੰਨਾ ਬੰਦਾ ਹੈ ਜਿਹਨੂੰ ਦੀਦਾ ਹੀ ਕੁਛ ਨਹੀਂ, ਉਹਦੀ ਨਿਗਾਹ ਕਿਵੇਂ ਵਾਪਸ ਆ ਸਕਦੀ। ਜਿਨ੍ਹਾਂ ਨੂੰ ਭਾਵਨਾ ਹੈ ਉਸ ਸਥਾਨ ਦੇ ਉੱਪਰ, ਮੈਂ ਪਹਿਲੋਂ ਬਚਨ ਕਿਹਾ, ਉਹਨਾਂ ਕੋੜੀਆਂ ਦੇ ਕੋੜ ਵੀ ਰੋਗ ਨਿਵਰਤ ਹੋਏ। ਲੂਲੇ ਪਿੰਗਲੇ ਆਣ ਕੇ ਉੱਥੇ ਸਿੱਧੇ ਤੁਰੇ। ਜੰਮੂ ਦਾ ਇੱਕ ਗੁਰਸਿੱਖ ਵੀਰ ਸੀ, ਪਰਿਵਾਰ ਬੜੀ ਭਾਵਨਾ ਰੱਖਦਾ ਸੀ। ਬਿਠਾ ਕੇ ਉਸ ਨੂੰ ਰੇਹੜੀ ਦੇ ਉੱਪਰ ਲਿਆਂਦਾ, ਪਰ ਜਦੋਂ ਗਿਆ ਆਪਣੇ ਪੈਰਾਂ ਦੇ ਨਾਲ ਤੁਰ ਕੇ ਵਾਪਸ। ਭਾਵਨਾ ਵਾਲਿਆਂ ਦੀ ਔਲਾਦ ਚਾਹੇ ਗੂੰਗੀ ਹੋਵੇ, ਉੱਥੇ ਆਣ ਕੇ ਬੋਲ ਪੈਂਦੇ ਆ, ਪਰ ਨਸ਼ਰਦਕਾਂ ਨੂੰ ਇਹ ਆਮ ਬਿਲਡਿੰਗਾਂ ਹੀ ਲੱਗਦੀਆਂ। ਇਸ ਵਾਸਤੇ ਹਮੇਸ਼ਾ ਗੁਰੂ ਕੇ ਸਿੱਖ ਨੂੰ ਸਤਿਗੁਰੂ ਦੇ ਉੱਪਰ ਭਾਵਨਾ ਰੱਖਣੀ ਚਾਹੀਦੀ। ਔਰ ਅੱਜ ਤੱਕ ਮੈਂ ਤਾਂ ਬਚਨ ਕਿਹਾ ਕਿ ਗੁਰੂ ਦੀ 16 ਪ੍ਰਕਾਰ ਦੀ ਸੇਵਾ ਹੈ। ਜਿਵੇਂ ਮੰਨ ਲਓ ਸਤਿਗੁਰੂ ਸਾਹਿਬ ਜੀ ਦੇ ਪਾਵਨ ਅੰਗ ਹਨ। ਜਦੋਂ ਸ੍ਰੀ ਅਖੰਡ ਪਾਠ ਸਾਹਿਬ ਹੁੰਦਾ, ਕਈ ਵਾਰ ਮੱਛਰ ਵਿੱਚ ਡਿੱਗ ਪੈਂਦਾ, ਪਤਾ ਨਹੀਂ ਲੱਗਦਾ, ਕਿਉਂਕਿ ਬਾਣੀ ਪੜ੍ਹਦੇ ਹੁੰਦੇ ਅੱਗੇ ਅੰਗ ਥੱਲ ਦਿੰਦੇ। ਚਲੋ ਆਪਣੇ ਤੇ ਜਿੰਨੇ ਵੀ ਸਿੰਘੋ ਨਾਲ ਰੁਮਾਲਾ ਸਾਹਿਬ ਰੱਖਦੇ, ਕੋਈ ਰੁਮਾਲ ਰੱਖਦੇ, ਅੰਗ ਸੇਵਾ ਕਰ। ਪਰ ਭਾਵਨਾ ਦੇ ਨਾਲ ਗੁਰੂ ਕੇ ਸਿੰਘ ਨਗਰਾਂ ਨਗਰਾਂ ਦੇ ਵਿੱਚ ਜਾ ਕੇ ਸਰੂਪਾਂ ਦੀ ਸੇਵਾ ਕਰਦੇ ਹਨ, ਅੰਗ ਸਾਫ਼ ਕਰਨ ਦੀ। ਇਵੇਂ ਜਿਹੜੀ ਜਿੰਨੀ ਭਾਵਨਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਸਤਿਗੁਰ ਸਦਾ ਦਿਆਲ ਹੈ ਭਾਈ, ਵਿਨ ਭਾਗਾ ਕਿਆ ਪਾਈਐ। ਏਕ ਨਜ਼ਰ ਕਰ ਦੇਖੈ ਸਭ ਉੱਪਰ, ਜੇਹਾ ਭਾਉ। ਜਿਹੋ ਜੀ ਭਾਵਨਾ ਹੈ ਗੁਰੂ ਦੇ ਉੱਪਰ, ਤੇਹਾ ਫਲ ਪਾਈਐ, ਉਹ ਜੇ ਫਲ ਦੀ ਪ੍ਰਾਪਤੀ ਹੁੰਦੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਅਸੀਂ ਬਲਿਹਾਰ ਜਾਂਦੇ ਆ ਜਿਹੜੇ ਮਨ ਕਰਕੇ ਸਰੀਰ ਕਰਕੇ ਤੇਰੀ ਸੇਵਾ ਕਰਦੇ ਹਨ। ਹਰ ਤੇ ਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ, ਜਿਹੜੇ ਤੁਹਾਨੂੰ ਧਿਆਉਂਦੇ ਹਨ। ਵਿਪਾਸਤ ਅਲੰਕਾਰ ਦੁਆਰਾ ਕਹਿੰਦੇ, ਜਿਹੜੇ ਮਨ ਬਾਣੀ ਸਰੀਰ ਕਰਕੇ ਤੁਹਾਨੂੰ ਧਿਆਉਂਦੇ ਹਨ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਦਾ ਅਰਥ ਹੈ ਉਹ ਜਨ ਤੇਰੇ ਪਿਆਰੇ। ਜੁਗ ਦਾ ਅਰਥ ਹੁੰਦਾ ਹੈ ਦੋ। ਲੋਕ ਪਰਲੋਕ ਦੇ ਵਿੱਚ ਸੁਖ ਵਾਸੀ, ਸੁੱਖਾਂ ਦੇ ਨਾਲ ਵਸਦੇ ਹਨ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਉਹ ਮੁਕਤ ਹੋ ਗਏ ਸੰਸਾਰਕ ਬੰਧਨਾਂ ਤੋਂ, ਉਹ ਮੁਕਤ ਹੋ ਗਏ ਜਮਾਂ ਦੀਆਂ ਫਾਹੀਆਂ ਤੋਂ। ਜਿਨ੍ਹਾਂ ਨੇ ਤੈਨੂੰ ਧਿਆਉਣਾ ਕੀਤਾ, ਉਹਨਾਂ ਦੇ ਗਲਾਂ ਦੇ ਵਿੱਚੋਂ ਜਿਹੜੀਆਂ ਜਮਾਂ ਦੀਆਂ ਫਾਹੀਆਂ ਟੁੱਟ ਗਈਆਂ ਹਨ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਜਾਣ ਕੇ ਵਾਹਿਗੁਰੂ ਪ੍ਰਮਾਤਮਾ ਜੀ ਤੁਹਾਡੇ ਨਿਰਭਉ ਸਵਰੂਪ ਦੀ ਸੇਵਾ ਕੀਤੀ, ਉਹਨਾਂ ਦੇ ਜੀਵਨ ਦੇ ਵਿੱਚੋਂ ਜਿਹੜਾ 7 ਪ੍ਰਕਾਰ ਦਾ ਡਰ ਸੀ, ਯਹ ਭੈ ਪਵ ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਇਹ 7 ਪ੍ਰਕਾਰ ਦਾ ਡਰ ਨਾਸ਼ ਹੋ ਗਿਆ ਹੈ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਵੀ ਵਾਹਿਗੁਰੂ ਪ੍ਰਮਾਤਮਾ ਨੂੰ ਸੇਵਿਆ ਹੈ ਭਾਵਨਾ ਦੇ ਨਾਲ, ਮਨ ਕਰਕੇ ਬਾਣੀ ਸਰੀਰ ਕਰਕੇ, ਉਹ ਉਸ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਸਮਾਸੀ ਸਮਾ ਗਏ ਹਨ। ਸੇ ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਉਹ ਧੰਨ ਹਨ ਇਸ ਸੰਸਾਰ ਦੇ ਵਿੱਚ ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ, ਜਿਨ੍ਹਾਂ ਨੇ ਤੈਨੂੰ ਧਿਆਇਆ, ਤੈਨੂੰ ਧਿਆਉਣਾ ਕੀਤਾ ਹੈ ਮਨ ਕਰਕੇ। ਉਹ ਧੰਨ ਹੋ ਗਏ ਪਰਲੋਕ ਦੇ ਵਿੱਚ ਵੀ। ਦੁਨੀਆ ਦੇ ਲੋਕ ਉਹਨਾਂ ਧੰਨ ਕਹਿੰਦੇ ਹਨ, ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਧੰਨ ਕਹਿੰਦੇ ਹਨ। ਕਿਹਨਾਂ ਨੂੰ? ਜਿਨ੍ਹਾਂ ਨੇ ਪ੍ਰੇਮ ਦੇ ਨਾਲ ਤੈਨੂੰ ਧਿਆਇਆ ਹੈ, ਹਰ ਧਿਆਇਆ ਜੀ, ਜਿਨ੍ਹਾਂ ਨੇ ਰੱਬ ਨੂੰ ਧਿਆਇਆ ਹੈ। ਸਤਿਗੁਰੂ ਜੀ ਕਹਿੰਦੇ ਅਸੀਂ ਵੀ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤਾ। हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਜਿਹੜੇ ਤੇਰੇ ਭਗਤੀ ਦੇ ਭੰਡਾਰੇ ਹਨ, ਤੇਰੇ ਭਗਤੀ ਦੇ ਜਿਹੜੇ ਭੰਡਾਰੇ ਹਨ ਉਹ ਬੇਅੰਤ ਹਨ ਤੇ ਭਰੇ ਹੋਏ ਹਨ। ਦੂਸਰਾ ਅਰਥ, ਜਿਹੜੇ ਤੇਰੇ
ਪਿਆਰੇ ਤੈਨੂੰ ਆਰਾਧਦੇ ਹਨ, ਉਹਨਾਂ ਦੇ ਜੀਵਨ ਦੇ ਵਿੱਚ ਵੀ ਭਗਤੀ ਦੇ ਭੰਡਾਰ ਭਰ ਜਾਂਦੇ ਹਨ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਜਿਹੜੇ ਤੇਰੇ ਭਗਤ ਹਨ, ਜਿਹੜੇ ਕੇਵਲ ਤੇਰੇ ਭਗਤ ਹਨ, ਉਹ ਤੇਰੀ ਸਲਾਹੁਦਾ ਕਰਦੇ ਹਨ। ਦਿਨ ਰਾਤ ਹੀ ਤੈਨੂੰ ਸਲਾਹੁੰਦੇ ਰਹਿੰਦੇ ਹਨ, ਦਿਨ ਰਾਤ ਹੀ ਤੈਨੂੰ ਵੱਡਾ ਵੱਡਾ ਕਹਿੰਦੇ ਰਹਿੰਦੇ ਹਨ, ਦਿਨ ਰਾਤ ਹੀ ਵਾਹਿਗੁਰੂ ਪ੍ਰਮਾਤਮਾ ਤੇਰੇ ਨਾਮ ਨੂੰ ਉਚਾਰਦੇ ਹਨ। ਹਰ ਅਨੇਕ ਅਨੇਕ ਅਨੰਤਾ। हे ਵਾਹਿਗੁਰੂ ਪ੍ਰਮਾਤਮਾ, ਤੂੰ ਅਨਕ ਹੈ, ਬੇਅੰਤ ਹੈ, ਅਨੰਤ ਰਹਿਤ ਹੈ ਅੰਤ ਤੋਂ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਹੈ ਜਪ ਹੈ ਬੇਅੰਤ। ਇਹ ਜਿਹੜੀ ਸ੍ਰਿਸ਼ਟੀ ਬਹੁਤ ਹੈ, ਉਹ ਹੈ ਅਕਾਲ ਪੁਰਖ ਪਰਮਾਤਮਾ ਕੋਈ ਮਨ ਕਰਕੇ, ਕੋਈ ਸਰੀਰ ਕਰਕੇ ਤੇਰੀ ਪੂਜਾ ਕਰਦਾ ਹੈ। ਕਈ ਤਪ ਤਪਾਉਂਦੇ ਹਨ, ਕਈ ਬੇਅੰਤ ਕਰਕੇ ਜਪੇ ਤੈਨੂੰ ਜਪਦੇ ਹਨ। ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਅਨੇਕਾਂ ਪ੍ਰਕਾਰ ਤੈਨੂੰ ਕਥਨ ਕਰਨ ਵਾਲੇ ਜਿਹੜੀਆਂ 27 ਸਿਮਰਤੀਆਂ 6 ਸ਼ਾਸਤਰ ਹਨ, ਉਹਨਾਂ ਨੂੰ ਪੜ੍ਹਿਆ ਹੈ। ਉਹਨਾਂ ਦੇ ਵਿੱਚ ਕੋਈ ਵਾਹਿਗੁਰੂ ਪ੍ਰਮਾਤਮਾ ਦਾ ਗਿਆਨ ਕਥਨ ਕਰਦਾ, ਕੋਈ ਕਹਿੰਦਾ ਐਵੇਂ ਪੂਜਾ ਕਰਕੇ ਉਪਾਸਨਾ ਕਰਕੇ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ, ਐਵੇਂ ਸਾਰਾ ਕੁਝ ਲਿਖਿਆ ਹੋਇਆ। ਖਟ ਕਰ ਕਿਰਿਆ, ਇਹ ਕਰਮ ਕਿਰਿਆ ਕਰਕੇ ਜਿਹੜੇ ਖਟ ਪ੍ਰਕਾਰ ਦੇ ਇਹਨਾਂ ਦੇ ਕਰਮ ਮੰਨੇ ਗਏ ਹਨ। ਸੰਧਿਆ, ਤਰਪਨ, ਗਾਇਤਰੀ, ਅਰਚਨ, ਪੂਜਾ ਇਤਿਆਦਿਕ, ਜਾਂ ਜਿਹੜੇ ਬ੍ਰਾਹਮਣ ਦੇ ਕਰਮ ਮੰਨੇ ਗਏ, ਵਿਦਿਆ ਪੜ੍ਹਨੀ, ਪੜ੍ਹਾਉਣੀ, ਦਾਨ ਦੇਣਾ, ਦਿਵਾਉਣਾ ਇਤਿਆਦਿਕ, ਇਹ ਸਾਰਿਆਂ ਨੂੰ ਕਰਦੇ ਹਨ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਜਿਹੜੇ ਮੇਰੇ ਵਾਹਿਗੁਰੂ ਪ੍ਰਮਾਤਮਾ ਜੋ ਖਟ ਭਗਾ ਸੰਪੰਨ ਭਗਵੰਤ ਰੂਪ ਹੈ, ਉਸ ਪ੍ਰਮਾਤਮਾ ਨੂੰ ਭਾਗ ਹੈ, ਉਹ ਭਗਤ ਸੰਸਾਰ ਦੇ ਵਿੱਚ ਚੰਗੇ ਹਨ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। हे ਆਦਿ ਪ੍ਰਮਾਤਮਾ, ਤੂੰ ਪੂਰਨ ਹੈ, ਅਪਰੰਪਰ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਤੇ ਕਰਤਾ ਜੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਤੁਹਾਡੇ ਜੇ ਵੱਡਾ ਇਸ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। हे ਵਾਹਿਗੁਰੂ ਪ੍ਰਮਾਤਮਾ, ਚੌਹਾਂ ਯੁਗਾਂ ਦੇ ਵਿੱਚ ਤੂੰ ਇੱਕੋ ਹੀ ਹੈ, ਸਦਾ ਸਦਾ ਤੂੰ ਇੱਕ ਹੀ ਹੈ, ਤੇਰਾ ਦੂਸਰਾ ਸਰੂਪ ਨਹੀਂ। ਤੂੰ ਨਿਸ਼ਚਲ, ਤੂੰ ਅਚਲ ਸਰੂਪ ਹੈ, ਤੇ ਕਰਤਾ ਸੋਈ। ਆਪ ਹੀ ਵਾਹਿਗੁਰੂ ਪ੍ਰਮਾਤਮਾ ਤੂੰ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਲੈ ਕਰ ਦਿੰਦਾ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। हे ਵਾਹਿਗੁਰੂ ਪ੍ਰਮਾਤਮਾ, ਜੋ ਤੈਨੂੰ ਪਾਉਂਦਾ ਹੈ, ਤੁਧ ਆਪੇ ਭਾਵੈ, ਉਹ ਹੀ ਇਸ ਸੰਸਾਰ ਦੇ ਵਿੱਚ ਹੁੰਦਾ ਹੈ। ਜੋ ਤੂੰ ਕਰਦਾ ਹੈ ਉਹ ਹੀ ਹੋ ਰਿਹਾ ਹੈ, ਉਵੇਂ ਹੀ ਸੰਸਾਰ ਦਾ ਵਰਤ ਵਰਤੇਵਾ ਹੈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। हे ਵਾਹਿਗੁਰੂ ਪ੍ਰਮਾਤਮਾ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਗੋਈ ਦਾ ਅਰਥ ਗੌਣ, ਨਾਸ਼ ਕਰਨਾ। ਸਾਰੀ ਸ੍ਰਿਸ਼ਟੀ ਤੂੰ ਆਪ ਹੀ ਨਾਸ਼ ਕਰ ਦਿੰਦਾ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਅਸੀਂ ਤਾਂ ਉਸ ਕਰਤੇ ਦੇ ਗੁਣ ਗਾਉਂਦੇ ਆ ਜਿਹੜਾ ਕਰਤਾ ਸਾਰਿਆਂ ਨੂੰ ਜਾਣਨ ਵਾਲਾ ਹੈ। ਮਨੁੱਖ ਕੀ ਕਰਮ ਕਰਦਾ ਹੈ, ਕਿਵੇਂ ਕਰਦਾ ਹੈ, ਕਿਵੇਂ ਸੰਸਾਰ ਦੇ ਵਿੱਚ ਤੁਰਿਆ ਫਿਰਦਾ ਵਿਚਰਦਾ ਹੈ, ਕਿੰਨੇ ਪੁੰਨ ਪਾਪ, ਕਿੰਨੀ ਭਗਤੀ ਕੀਤੀ ਹੈ, ਸਾਰਾ ਕੁਝ ਹੀ ਜਾਣਦਾ ਹੈ। ਉਸ ਵਾਹਿਗੁਰੂ ਪ੍ਰਮਾਤਮਾ ਦੇ ਅਸੀਂ ਗੁਣ ਗਾਉਣੇ ਆ। ਸਾਨੂੰ ਵੀ ਉਪਦੇਸ਼ ਦਿੱਤਾ ਹੈ ਕਿ ਉਸ ਵਾਹਿਗੁਰੂ ਪ੍ਰਮਾਤਮਾ ਦੇ ਗੁਣ ਗਾਓ, ਜੀਵਨ ਦਾ ਭਲਾ ਹੋਵੇਗਾ। ਇੱਥੇ ਹੀ ਕਥਾ ਦੀ ਸੰਪੂਰਨਤਾ ਹੈ, ਵਿਸ਼ਰਾਮ ਹੈ ਕਥਾ ਨੂੰ ਵਿਚਾਰ ਕਰਦੇ ਹਾਂ। ਗੁਰੂ ਕੀ ਬਾਣੀ ਦੀ ਹੋਈਆਂ ਭੁੱਲਾਂ ਦੀ ਮੁਆਫੀ ਅੱਗੇ ਤੋਂ ਸਮਤ ਬਖਸ਼ਣੀ ਜੀ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ।
ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸੈ ਕਾ ਜਾਣੋਈ। ਵਾਹਿਗੁਰੂ ਜੀ ਕਾ ਖਾਲਸਾ